ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਅੰਗਦ ਦੇਵ ਜੀ ਕੌਣ ਸਨ? ਇਹਨਾਂ ਦਾ ਨਾਮ ਅੰਗਦ ਕਿਹਨੇ ਰੱਖਿਆ, ਕਿਵੇਂ ਪਿਆ ਤੇ ਗੁਰੂ ਅੰਗਦ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਮੇਲ ਕਿਵੇਂ ਹੋਇਆ? ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਜਨਮ ਬਾਰੇ ਪੜ੍ਹਦੇ ਹਾਂ। ਗੁਰੂ ਅੰਗਦ ਦੇਵ ਜੀ ਮੁਕਤਸਰੋਂ 3 ਕੋਹ ਪੂਰਬ ਨਾਗੇ ਦੀ ਸਰਾਏ ਵਿੱਚ ਸਿਕੰਦਰ ਲੋਧੀ ਬਾਦਸ਼ਾਹ ਦੇ ਸਮੇਂ 11 ਵੈਸਾਖ ਸੁਦੀ ਪਹਿਲੀ ਸੋਮਵਾਰ ਸੰਮਤ 1516 ਬਿਕਰਮੀ ਨੂੰ ਅੰਮ੍ਰਿਤ ਵੇਲੇ ਰਣੀ ਨਛੱਤਰ ਵਿੱਚ ਫੇਰੂਮਲ ਤੇਹਨ ਖੱਤਰੀ ਦੇ ਘਰ ਮਾਈ ਸਪਰਾਈ ਤੋਂ ਪ੍ਰਗਟ ਹੋਏ। ਇਹਨਾਂ ਦਾ ਨਾਮ ਪਹਿਲੇ ਲਹਿਣਾ ਸੀ। ਗੁਰੂ ਨਾਨਕ ਜੀ ਨੇ ਅੰਗਦ ਨਾਮ ਰੱਖਿਆ, ਜੋ ਦਿਨੋਂ ਦਿਨ ਚੰਦਰਮਾ ਵਾਂਗੂ ਵੱਧਦਾ ਗਿਆ। ਇਹ ਬਾਲਕ ਹੁੰਦੇ ਬੜੇ ਭੋਲੇ ਭਾਲੇ, ਸੀਲ ਸੁਭਾਅ, ਧੀਰਜੀ, ਉਦਾਰ, ਸੰਤ ਸੇਵੀ, ਗੌਰ ਵਰਣ, ਸੁੰਦਰ ਸਰੂਪ ਸਨ। ਫੇਰੂਮਲ ਫਿਰੋਜ਼ਪੁਰ ਦੇ ਹਾਕਮ ਪਠਾਨ ਦਾ ਖਜ਼ਾਨਚੀ ਸੀ। ਸੰਮਤ 1578 ਬਿਕਰਮੀ ਬਾਬਰ ਬਾਦਸ਼ਾਹ ਨੇ ਜਦ ਸਜੰਗ ਦਿੱਲੀ ਦਾ ਤਖਤ ਲੋਧੀ ਇਬਰਾਹਿਮ ਬਾਦਸ਼ਾਹ ਤੋਂ ਖੋਹਿਆ ਤੇ ਰਾਜ ਰੌਲਾ ਪੈ ਗਿਆ ਤਾਂ ਪਚਾਦੇ ਭੱਟੀ ਕੌਮ ਮੁਸਲਮਾਨ ਨੇ ਲੁੱਟ-ਪੁੱਟ ਕਰਕੇ ਬਹੁਤ ਪਿੰਡ ਉਜਾੜ ਕਰ ਦਿੱਤੇ। ਤਦੋਂ ਮੱਤੇ ਦੀ ਸਰਾਏ ਵੀ ਉੱਜੜ ਗਈ। ਇਸ ਕਰਕੇ ਫੇਰੂਮਲ ਪਹਿਲਾਂ ਹੀ ਹਰੀਕੇ ਪਿੰਡ ਜਾ ਵਸਿਆ। ਫਿਰ ਉਸ ਦੀ ਭੈਣ ਬੀਰ ਫਿਰਾਈ, ਜੋ ਮਾਝੇ ਦੇਸ਼ ਖਹਿਰਿਆਂ ਦੀ ਖਡੂਰ ਵਿੱਚ ਵਿਆਹੀ ਹੋਈ ਸੀ, ਉਸ ਕਾਰਨ ਅਤੇ ਇੱਥੇ ਹੀ ਲਹਿਣਾ ਜੀ ਦਾ ਵਿਆਹ ਵੀ ਦੇਵੀ ਚੰਦਰ ਖੱਤਰੀ ਦੀ ਬੇਟੀ ਖੀਵੀ ਨਾਲ ਹੋਇਆ। ਇਸ ਕਾਰਨ ਫੇਰੂਮਲ ਆਪਣੇ ਬਾਲ ਬੱਚੇ ਨੂੰ ਲੈ ਕੇ ਉੱਥੇ ਹੀ ਜਾ ਵਸਿਆ ਤੇ ਆਪਣੀ ਪਰਚੂਨ ਦੀ ਹੱਟੀ ਕਰਕੇ ਸ਼ਾਹੀ ਵਣਜ ਕਰਨ ਲੱਗ ਪਿਆ, ਜਿਸ ਕਰਕੇ ਥੋੜ੍ਹੇ ਹੀ ਵਰਸਾਂ ਵਿੱਚ ਚੰਗੀ ਸ਼ਾਹੂਕਾਰੀ ਬਣ ਗਈ। ਹੁਣ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਮਿਲੇ? ਫੇਰੂਮਲ ਦੇਵੀ ਦਾ ਭਗਤ ਸੀ। ਹਰ ਵਰੇ ਟੱਬਰ ਨੂੰ ਨਾਲ ਲੈ ਕੇ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਨੂੰ ਜਾਂਦਾ ਹੁੰਦਾ ਸੀ। ਸੰਮਤ 1583 ਬਿਕਰਮੀ ਨੂੰ ਫੇਰੂਮਲ ਦੇ ਗੁਜਰੇ ਪਿੱਛੋਂ ਫਿਰ ਉਹ ਖੁੰਡੀ ਖੰਮਣੀ ਦੇਵੀ ਦਾ ਭੇਖ ਧਾਰ ਕੇ ਲਹਿਣਾ ਜੀ ਵੀ ਦੇਵੀ ਤੇ ਜਾਣ ਲੱਗੇ। ਇੱਕ ਜੋਧਾ ਨਾਮੀ ਜੱਟ ਬਾਬੇ ਨਾਨਕ ਜੀ ਦਾ ਉਪਦੇਸ਼ੀ ਖਡੂਰ ਵਿੱਚ ਵਸਦਾ ਸੀ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਸਾ ਜੀ ਦੀ ਵਾਰ ਦਾ ਉਚਾਰ ਡਾਢੀ ਮਿੱਠੀ ਸੁਰ ਨਾਲ ਕਰਦਾ ਹੁੰਦਾ ਸੀ। ਲਹਿਣੇ ਜੀ ਦਾ ਘਰ ਨੇੜੇ ਹੀ ਸੀ। ਹਮੇਸ਼ ਸੁਣਦਿਆਂ ਸੁਣਦਿਆਂ ਇਹਨਾਂ ਨੂੰ ਵੀ ਪੂਰਬਲੇ ਸੰਸਕਾਰਾਂ ਦੇ ਸਬੱਬ ਪ੍ਰੇਮ ਜਾਗ ਪਿਆ। ਇੱਕ ਦਿਨ ਇਹਨਾਂ ਨੇ ਭਿੰਨੀ ਰੈਣੜੀਆਂ ਚਾਮਕਨ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ, ਇਹ ਸ਼ਬਦ ਉਨ ਗਾਵਿਆ ਤਾਂ ਠੰਡੀ ਠੰਡੀ ਨਿਰਮਲ ਪੌਣ ਤੇ ਸ਼ਾਂਤ ਰੂਪ ਅੰਮ੍ਰਿਤ ਵੇਲੇ ਦੀ ਮਿੱਠੀ ਪਿਆਰੀ ਸੁਰੀਲੀ ਆਵਾਜ਼ ਲਹਿਣੇ ਜੀ ਦੇ ਮਨ ਵਿੱਚ ਅਜਿਹੀ ਵਸ ਗਈ, ਜੋ ਆਪਣੇ ਘਰੋਂ ਉੱਠ ਕੇ ਭਾਈ ਜੋਧੇ ਪਾਸ ਜਾ ਬੈਠਾ ਤਾਂ ਉਹਨਾਂ ਇਹ ਪੌੜੀ ਪੜ੍ਹੀ, ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਇਹ ਸੁਣ ਕੇ ਹੋਰ ਵੀ ਜਿੰਦ ਵਿੱਚ ਜਿੰਦ ਪੈ ਗਈ। ਅਜਿਹਾ ਸ਼ੌਂਕ ਲੱਗਾ ਜੋ ਹਮੇਸ਼ ਅੰਮ੍ਰਿਤ ਭਰੀ ਧੁਰ ਕੀ ਬਾਣੀ ਸੁਣ ਸੁਣ ਗੁਰੂ ਨਾਨਕ ਜੀ ਦੇ ਦਰਸ਼ਨ ਦੀ ਉਤਕੰਠਾ ਹੋ ਗਈ ਤੇ ਭਾਈ ਜੋਧੇ ਤੋਂ ਗੁਰੂ ਜੀ ਦਾ ਪੂਰਾ ਪਤਾ ਪੁੱਛ ਕੇ ਦਿਨੇ ਰਾਤ ਲੱਗਣ ਲੱਗ ਗਈ ਅਤੇ ਗੁਰੂ ਜੀ ਦੇ ਦਰਸ਼ਨ ਦੀ ਇੱਛਾ ਸੂਮ ਨੂੰ ਧਨ ਲੈਣ ਵਰਗੀ ਆ ਜਾਗੀ। ਔੜਕ ਸੰਮਤ 1599 ਬਿਕਰਮੀ ਨੂੰ ਅੱਸੂ ਮਹੀਨੇ ਆਪਣੇ ਸਾਥੀਆਂ ਸਮੇਤ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਂਦਾ ਹੋਇਆ ਜਦ ਡੱਲੇ ਦਾ ਪੱਤਨ ਲੰਘਿਆ ਤਾਂ ਸੰਗਤ ਨੂੰ ਆਖਣ ਲੱਗਾ, ਭਈ ਇੱਥੇ ਇੱਕ ਸਤਪੁਰਖ ਰਹਿੰਦੇ ਹਨ, ਉਹਨਾਂ ਦਾ ਦਰਸ਼ਨ ਕਰਦੇ ਚੱਲੀਏ। ਸਭ ਨੇ ਆਖਿਆ, ਬਹੁਤ ਅੱਛਾ ਕੰਮ ਹੈ। ਜਦ ਕਰਤਾਰਪੁਰ ਦੇ ਨੇੜੇ ਗਏ ਤਾਂ ਜਾਣੋ ਬਾਬਾ ਜੀ ਇਹਨਾਂ ਨੂੰ ਅੱਗੋਂ ਲੈਣ ਹੀ ਆਏ ਸੀ। ਅਚਾਨਕ ਜੰਗਲ ਹੋ ਕੇ ਆਉਂਦੇ ਮਿਲ ਪਏ। ਲਹਿਣੇ ਜੀ ਨੇ ਪੁੱਛਿਆ, ਗੁਰੂ ਨਾਨਕ ਜੀ ਦੇ ਦਰਸ਼ਨ ਕਰਨੇ ਹਨ? ਇਹਨਾਂ ਨੇ ਆਖਿਆ, ਆਓ। ਲਹਿਣਾ ਜੀ ਘੋੜੀ ਪਰ ਤੇ ਬਾਬਾ ਜੀ ਪੈਰੀਂ ਗੱਲਾਂ ਕਥਾ ਕਰਦੇ ਜਦ ਧਰਮਸ਼ਾਲਾ ਦੇ ਨੇੜੇ ਢੁਕੇ ਤਾਂ ਲਹਿਣਾ ਜੀ ਘੋੜੀ ਬੰਨ੍ਹਣ ਤੇ ਸੰਗ ਨੂੰ ਉਤਾਰਨ ਲੱਗੇ ਤੇ ਬਾਬਾ ਜੀ ਹੱਥ ਪੈਰ ਧੋ ਕੇ ਗੱਦੀ ਉੱਤੇ ਜਾ ਬੈਠੇ। ਤਦੋਂ ਨੂੰ ਲਹਿਣਾ ਜੀ ਨੇ ਵੀ 5-4 ਸੰਗੀਆਂ ਨਾਲ ਪ੍ਰਸ਼ਾਦਾ ਲੈ ਕੇ ਬਾਬੇ ਜੀ ਦੇ ਦਰਸ਼ਨ ਜਾ ਪਾਏ ਤਾਂ ਗੁਰੂ ਜੀ ਨੂੰ ਸਿਆਣ ਕੇ ਲਹਿਣਾ ਜੀ ਬਹੁਤ ਲੱਜਤਵਾਨ ਹੋਏ ਅਤੇ ਅਤ ਨਿਮਰ ਹੋ ਕੇ ਹੱਥ ਜੋੜ ਕੇ ਬੋਲੇ, ਮੈਥੋਂ ਬੜੀ ਭਾਰੀ ਅਵੱਗਿਆ ਹੋਈ, ਜੋ ਆਪ ਪੈਰੀ ਤੇ ਮੈਂ ਅਸਵਾਰ, ਇਹ ਭੁੱਲ ਬਖਸ਼ੋ। ਗੁਰੂ ਜੀ ਬੋਲੇ, ਤੈਨੂੰ ਕਰਤਾਰ ਨੇ ਬਖਸ਼ਿਆ ਹੈ,
ਡਰ ਨਾ। ਸਿਆਣਿਆਂ ਦੀ ਕਹਾਵਤ ਹੈ, ਗੁਰੂ ਕੀਜੈ ਜਾਣ ਕੇ ਪਾਣੀ, ਪੀਜੈ ਛਾਣ ਕੇ। ਅਸੀਂ ਦੇਣਾ ਤੇ ਤੂੰ ਲੈਣਾ। ਅਕਾਲ ਪੁਰਖ ਦੀ ਭਗਤੀ ਕਰ। ਇਹ ਦੇਵੀ ਦੇਵਤੇ ਸਭ ਉਸ ਦੇ ਸੇਵਕ ਹਨ। ਇਹਨਾਂ ਮੰਦਰਾਂ ਕੰਦਰਾਂ ਵਿੱਚ ਦੇਵਤੇ ਨਹੀਂ, ਭਾਵਨਾ ਵਿੱਚ ਦੇਵਤੇ ਹਨ। ਇਹ ਤਾਂ ਪੁਜਾਰੀ ਪੰਡਿਆਂ ਨੇ ਕਲਪਤ ਦੇਵਤਿਆਂ ਦੇ ਅਸਥਾਨ ਆਪਣੀ ਜੀਵਿਕਾ ਵਾਸਤੇ ਬਣਾ ਰੱਖੇ ਹਨ। ਇੱਥੋਂ ਕਦੇ ਕਿਸੇ ਨੂੰ ਦੇਵਤਾ ਨਹੀਂ ਮਿਲਿਆ। ਜਦ ਮਿਲਿਆ ਹੈ, ਸ਼ੁੱਧ ਭਾਵਨਾ ਤੋਂ ਮਿਲਿਆ ਹੈ। ਅਗਿਆਨੀ ਲੋਕ ਪੰਡਿਆਂ ਦੇ ਬਹਿਕਾਏ ਪਏ ਭਟਕਦੇ ਹਨ, ਗਿਆਨੀ ਨਹੀਂ ਭਟਕਦੇ। ਸ਼ਾਂਤ ਸਰੂਪ ਬਾਬੇ ਜੀ ਦੇ ਬਚਨ ਸੁਣ ਤੇ ਦਰਸ਼ਨ ਕਰ, ਪ੍ਰੇਮ ਭਰੀ ਸੰਗਤ ਦਾ ਸੁਭਾਅ ਦੇਖ ਕੇ ਲਹਿਣਾ ਜੀ ਦਾ ਮਨ ਕੋਇਲ ਦੇ ਪੁੱਤਰ ਵਾਂਗੂ ਫਿਰ ਕਰ ਗੁਰਾਂ ਦੇ ਚਰਨ ਕਮਲਾਂ ਦਾ ਭੌਰਾ ਲੁਬਾਈਮਾਨ ਹੋ ਕੇ ਮਗਨ ਹੋ ਗਿਆ। ਬਾਬੇ ਜੀ ਨੇ ਨਾਮ ਠਾਮ ਪੁੱਛਿਆ ਤਾਂ ਦੱਸਿਆ, ਪਹਿਲੇ ਲੱਖੀ ਜੰਗਲ ਕੋਲ ਬਠਿੰਡੇ ਵੱਲ ਮੱਤੇ ਦੀ ਸਰਾਂ ਉਸਦੇ ਸਾਂ। ਹੁਣ ਖਹਿਰਿਆਂ ਦੀ ਖਡੂਰ ਜਿੱਥੇ ਹਜ਼ੂਰ ਦਾ ਸਿੱਖ ਯੋਧਾ ਨਾਮ ਹੈ ਵੱਸਦੇ ਹਾਂ। ਭਾਈ ਲਹਿਣੇ ਜੀ ਨੇ ਮਨ ਹੀ ਮਨ ਗੁਰੂ ਕਾ ਸਿੱਖ ਹੋ ਕੇ ਘੁੰਗਰੂ ਅੱਟਾ ਦੇਵੀ ਦਾ ਭੇਖ ਉਤਾਰ ਦਿੱਤਾ। ਉਸ ਦੇ ਸਾਥੀਆਂ ਨੇ ਦੇਵੀ ਦੇ ਚੱਲਣ ਲਈ ਬਹੁਤ ਆਖਿਆ, ਪਰ ਲਹਿਣੇ ਜੀ ਨੇ ਇੱਕ ਨਾ ਮੰਨੀ, ਬਲਕਿ ਇਹ ਆਖਿਆ ਕਿ ਹੁਣ ਮੈਨੂੰ ਮੋਖ ਭੋਗ ਦੇਣ ਵਾਲਾ ਪੂਰਾ ਸਤਿਗੁਰੂ ਮਿਲ ਗਿਆ ਹੈ, ਮੇਰੀ ਭਟਕਣਾ ਮਿਟ ਗਈ ਹੈ। ਉਹਨਾਂ ਆਖਿਆ, ਜੇ ਪੂਰਾ ਸਤਿਗੁਰੂ ਹੈ ਤਾਂ ਸਾਨੂੰ ਇੱਥੇ ਹੀ ਦੁਰਗਾ ਦੇ ਦਰਸ਼ਨ ਕਰਾ ਦੇਵੇ ਤਾਂ ਅਸੀਂ ਵੀ ਇਸੇ ਦੇ ਸਿੱਖ ਹੋ ਜਾਈਏ। ਜਨਮ ਸਾਖੀ ਵਿੱਚ ਲਿਖਿਆ ਹੈ ਕਿ ਦੂਜੇ ਦਿਨ ਅੰਮ੍ਰਿਤ ਵੇਲੇ ਦੇਵੀ ਦੀ ਸੰਗਤ ਨੇ ਬਾਬੇ ਦੇ ਬੂਹੇ ਅੱਗੇ ਇੱਕ ਦਿਵਿਆ ਰੂਪ ਮਾਈ ਝਾੜੂ ਦਿੰਦੀ ਦੇਖੀ। ਪੁੱਛਣ ਪਰ ਉਹਨਾਂ ਆਖਿਆ, ਮੈਂ ਉਹਾ ਈਸ਼ਵਰੀ ਮਾਇਆ ਦੇਵੀ ਹਾਂ ਜਿਸ ਦੇ ਤੁਸੀਂ ਯਾਤਰੀ ਹੋ। ਇਹ ਸੱਚੇ ਸਤਿਗੁਰੂ ਸੰਤ ਹਨ। ਇਹੋ ਜਿਹੇ ਸੰਤਾਂ ਦੀ ਸੇਵਾ ਸਭ ਦੇਵਤੇ ਕਰਦੇ ਹਨ। ਇਹਨਾਂ ਦੇ ਹੀ ਪ੍ਰਤਾਪ ਨਾਲ ਤੁਸਾਂ ਨੂੰ ਮੇਰੇ ਦਰਸ਼ਨ ਇੱਥੇ ਹੀ ਹੋਏ ਹਨ। ਦੇਵਤਾ ਮਾਇਕ ਪਦਾਰਥਾਂ ਦਾ ਵਰ ਦਿੰਦੇ ਹਨ, ਸੰਤ ਮੁਕਤ ਭੁਗਤ ਦੋਵੇਂ ਬਖਸ਼ਦੇ ਹਨ। ਇਹ ਸੁਣ ਕੇ ਮਾਈ ਦੇ ਦਰਸ਼ਨ ਕਰ ਲਹਿਣੇ ਦਾ ਤਾਂ ਪੱਕਾ ਭਰੋਸਾ ਗੁਰੂ ਜੀ ਦੇ ਉੱਪਰ ਹੋ ਗਿਆ ਤੇ ਹੋਰ ਵੀ ਸਾਥੀ ਸਿੱਖ ਬਣ ਗਏ। ਭਾਵੇਂ ਲਹਿਣਾ ਜੀ ਉਹਨਾਂ ਦੇ ਨਾਲ ਮੁੜ ਖੰਡੂਰ ਆ ਰਹੇ, ਪਰ ਮਨ ਗੁਰੂ ਚਰਨਾਂ ਵਿੱਚ ਹੀ ਰਿਹਾ। ਇਸੇ ਕਰਕੇ ਥੋੜ੍ਹੇ ਦਿਨ ਖਡੂਰ ਰਹਿ ਕੇ ਇੱਕ ਪੰਡ ਨੂਣ ਦੀ ਗੁਰੂ ਕੇ ਲੰਗਰ ਵਾਸਤੇ ਘਰੋਂ ਲੈ ਕੇ ਆਪਣੇ ਭਨੇਵੇਂ ਸਮੇਤ ਕਰਤਾਰਪੁਰ ਗਏ ਤਾਂ ਅੱਗੇ ਗੁਰੂ ਸਾਹਿਬ ਖੇਤ ਦੀ ਨਦੀਨ ਕਢਾ ਰਹੇ ਸੀ। ਸ਼੍ਰੀ ਮਾਤਾ ਸੁਲੱਖਣੀ ਪਾਸ ਨੂਣ ਦੀ ਪੰਡ ਸੁੱਟ ਕੇ ਖੇਤ ਵਿੱਚ ਗੁਰੂ ਦੇ ਦਰਸ਼ਨ ਜਾ ਕੀਤੇ। ਘਰ ਨੂੰ ਆਉਣ ਲੱਗੇ ਤਾਂ ਪੰਡ ਘਾਹ ਦੀ ਗਊਆਂ ਭੈਂਸਾਂ ਵਾਸਤੇ ਬੰਨੀ। ਗੁਰੂ ਜੀ ਨੇ ਲਹਿਣੇ ਵੰਨੀ ਤੱਕਿਆ ਤਾਂ ਇਹਨਾਂ ਝੱਟ-ਪੱਟ ਮੁੰਡਾਸਾ ਬੰਨ੍ਹ ਕੇ ਪੰਡ ਚੁੱਕ ਲਈ। ਗੁਰੂ ਜੀ ਬਹੁਤ ਖੁਸ਼ ਹੋਏ। ਘਰ ਆਏ ਤਾਂ ਸ਼੍ਰੀ ਮਾਤਾ ਸੁਲੱਖਣੀ ਜੀ ਨੇ ਆਖਿਆ, ਤੁਸੀਂ ਬਹੁਤ ਬੇਪਰਵਾਹੀ ਕਰਦੇ ਹੋ, ਸਿੱਖ ਦੀ ਸ਼ਰਧਾ ਨਹੀਂ ਰਹਿਣ ਦਿੰਦੇ। ਇਹਦੀ ਪੁਸ਼ਾਕ ਚਿੱਕੜ ਨਾਲ ਭਰ ਗਈ ਹੈ। ਮਹਾਰਾਜ ਬੋਲੇ, ਪੰਡ ਚੁੱਕਣ ਯੋਗ ਨੇ ਚੁੱਕ ਲਿੱਤੀ ਤੇ ਪੁਸ਼ਾਕੀ ਚਿੱਕੜ ਨਾਲ ਨਹੀਂ ਭਰੀ, ਸਗੋਂ ਕੇਸਰ ਨਾਲ ਭਰੀ ਹੈ। ਭਾਵੇਂ ਟਹਿਲ ਤਾਂ ਹੋਰ ਵੀ ਹਰ ਪ੍ਰਕਾਰ ਦੀ ਲਹਿਣਾ ਜੀ ਰਾਤ ਦਿਨੇ ਕਰਦੇ ਸੀ, ਪਰ ਗੁਰੂ ਸਾਹਿਬ ਦੀ ਹਜ਼ੂਰੀ ਟਹਿਲ ਅਤੇ ਹਰ ਵੇਲੇ ਉਹਨਾਂ ਦੀ ਦ੍ਰਿਸ਼ਟੀ ਗੋਚਰ ਰਹਿਣ ਐਸਾ ਸਾਬਤ ਦਿਲ ਨਾਲ ਸੰਭਾਲਿਆ ਕਿ ਗੁਰੂ ਜੀ ਨੂੰ ਸਾਖਸ਼ਾਤ ਪਰਮੇਸ਼ਰ ਮੰਨ ਕੇ ਆਗਿਆ ਵਿੱਚ ਹੀ ਰਹੇ ਅਤੇ ਸਵਾਸ ਸ਼੍ਰੀ ਵਾਹਿਗੁਰੂ ਦਾ ਸਿਮਰਨ ਤੇ ਧਿਆਨ ਗੁਰੂ ਮੂਰਤ ਦਾ ਕਰਨ ਲੱਗੇ। ਡੇਢ ਪਹਿਰ ਰਾਤ ਰਹੀ ਤੋਂ ਗੁਰੂ ਜੀ ਨਿਤ ਪ੍ਰਤ ਸੋਚ ਹੋ ਕੇ ਰਾਵੀ ਵਿੱਚ ਕੰਠ ਤੱਕ ਪਾਣੀ ਵਿੱਚ ਜਾ ਕੇ 4 ਘੜੀ ਸੂਰਜ ਚੜ੍ਹੇ ਤੱਕ ਖੜੇ ਰਹਿਣ। ਲਹਿਣਾ ਜੀ ਨਾਲ ਹੀ ਜਾਣ, ਕਿਨਾਰੇ ਖੜੇ ਬੈਠੇ ਭਜਨ ਕਰਦੇ ਰਹਿਣ। ਸਿਆਲ ਹਾਟ ਸਦਾ ਇੱਕ ਰਸ ਰਹੇ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਦੀਆਂ ਬਹੁਤ ਪ੍ਰੀਖਿਆਵਾਂ ਲਈਆਂ। ਇਹਨਾਂ ਵਿੱਚੋਂ ਕੁਝ ਸੀ। ਇੱਕ ਦਿਨ ਭਾਈ ਬੁੱਢੇ, ਅਜੀਤੇ, ਸਧਾਰਨ, ਭਗੀਰਥੀਏ ਆਦਿਕ ਸਿੱਖਾਂ ਨੇ ਸਲਾਹ ਕੀਤੀ ਕਿ ਅਸੀਂ ਵੀ ਗੁਰੂ ਸਾਹਿਬ ਦੇ ਨਾਲ ਰਾਵੀ ਉੱਤੇ ਜਾਇਆ ਕਰੀਏ। ਜਦ ਗਏ ਤਾਂ ਪੋਹ ਦਾ ਮਹੀਨਾ, ਠੰਡੀ ਪੌਣ, ਦਰਿਆ ਦਾ ਕਿਨਾਰਾ ਸੀਤ ਦੇ ਮਾਰੇ ਸੁੰਨ ਹੋ ਕੇ ਕੰਬਣ ਲੱਗੇ। ਘਰ ਨੂੰ ਹਟੇ ਤਾਂ ਮੀਂਹ ਵਰਸਣ ਲੱਗਾ। ਗੜੇ ਬਹੁਤ ਪਏ। ਅਤ ਕਸ਼ਟ ਸਹਾਰ ਕੇ ਧਰਮਸ਼ਾਲਾ ਵਿੱਚ ਪਹੁੰਚੇ। ਲਹਿਣਾ ਜੀ ਉੱਥੇ ਹੀ ਗੁਰੂ ਜੀ ਪਾਸ ਰਹੇ। ਇੱਕ ਦਿਨ
ਮੀਂਹ ਬਹੁਤ ਵਰਸਿਆ। ਧਰਮਸ਼ਾਲਾ ਦੀ ਕੰਧ ਗਿਰ ਗਈ। ਲਹਿਣਾ ਜੀ ਸ਼ਤੀਰ ਹੇਠਾਂ ਸਿਰ ਦੇ ਕੇ ਸਾਰੀ ਰਾਤ ਖੜੇ ਰਹੇ। ਗੁਰੂ ਜੀ ਨੂੰ ਨਹੀਂ ਚਤਾਇਆ ਕਿ ਕੰਧ ਡਿੱਗ ਗਈ ਹੈ। ਫਿਰ ਇੱਕ ਦਿਨ ਬਾਰਿਸ਼ ਹੋਈ। ਗੁਰੂ ਜੀ ਦੀ ਬੈਠਕ ਦੀ ਕੰਧ ਡਿੱਗ ਪਈ ਤਾਂ ਪੁੱਤਰਾਂ ਨੂੰ ਹੁਕਮ ਹੋਇਆ, ਹੁਣੇ ਬਣਾਓ। ਉਹਨਾਂ ਜਵਾਬ ਦਿੱਤਾ, ਹੁਣ ਰਾਤ ਹੈ, ਸਵੇਰੇ ਰਾਜ ਮਜ਼ਦੂਰ ਲਾ ਕੇ ਬਣਵਾ ਲਵਾਂਗੇ। ਫਿਰ ਹੋਰ ਸਿੱਖਾਂ ਨੂੰ ਆਖਿਆ ਤਾਂ ਉਹਨਾਂ ਦਿਨ ਚੜ੍ਹੇ ਬਣਾ ਦੇਣੀ ਕਬੂਲ ਕੀਤੀ। ਜਾਂ ਲਹਿਣਾ ਜੀ ਵੰਨੀ ਤੱਕੇ ਤਾਂ ਕਹੀ ਲੈ ਕੇ ਲੱਕ ਬੰਨ੍ਹ ਕੰਧ ਉਸਾਰਨ ਲੱਗ ਪਏ। ਉਸਾਰੀ ਵੀ ਬਾਬਾ ਜੀ ਨੇ ਬਿੰਗੀ ਦੱਸ ਕੇ ਗਿਰਵਾ ਦਿੱਤੀ। ਫਿਰ ਬਣਾਈ ਵੀ ਚੰਗੀ ਨਹੀਂ ਬਣੀ ਕਹਿ ਕੇ ਫਿਰ ਢਵਾ ਦਿੱਤੀ। ਇਸੇ ਪ੍ਰਕਾਰ 4 ਵਾਰੀ ਕੰਧ ਬਣੀ, ਪਰ ਬਾਬਾ ਜੀ ਨੇ 4 ਵਾਰੀ ਕੰਧ ਢਵਾ ਦਿੱਤੀ। ਤਾਂ ਸ਼੍ਰੀ ਸੁਲੱਖਣੀ ਜੀ ਨੇ ਆਖਿਆ, ਭਾਈ ਲਹਿਣਾ, ਇਹ ਤਾਂ ਬੇਪਰਵਾਹ ਹਨ, ਤੂੰ ਵੀ ਇਹੋ ਜਿਹਾ ਹੋ ਗਿਆ ਹੈ। ਤਦ ਹੱਥ ਜੋੜ ਕੇ ਅੱਗੋਂ ਆਖਿਆ, ਮਾਤਾ ਜੀ, ਸੇਵਕ ਨੇ ਤਾਂ ਸੇਵਾ ਹੀ ਕਰਕੇ ਦੇਹ ਪਵਿੱਤਰ ਕਰਨੀ ਹੈ, ਕੰਧ ਦੇ ਬਣਨ ਨਾਲ ਇਸ ਦਾ ਕੋਈ ਪ੍ਰਯੋਜਨ ਨਹੀਂ ਹੈ। ਇੱਕ ਰਾਤ ਨੂੰ ਬਾਬੇ ਜੀ ਨੇ ਆਵਾਜ਼ ਦਿੱਤੀ, ਦੇਖੋ ਕਿੱਡਾ ਦਿਨ ਚੜ੍ਹਿਆ ਹੈ, ਸਾਡੇ ਬਸਤਰ ਸਾਫ਼ ਕਰ ਲਿਆਓ। ਪੁੱਤਰ ਬੋਲੇ, ਸਾਨੂੰ ਤਾਂ ਬੁੱਢੇ ਹੋਣ ਕਰਕੇ ਨੀਂਦ ਨਹੀਂ ਪੈਂਦੀ, ਸਾਨੂੰ ਵੀ ਨਹੀਂ ਸੌਣ ਦਿੰਦੇ, ਸਵੇਰੇ ਧਵਾ ਦੇਵਾਂਗੇ, ਨਹੀਂ ਰਹਿੰਦੇ ਤਾਂ ਪੁਸ਼ਾਕੀ ਬਦਲ ਲਓ। ਹੋਰ ਸਿੱਖਾਂ ਦਾ ਨਾਮ ਲੈ ਕੇ ਆਖਿਆ ਤਾਂ ਬੁੱਢਾ ਬੋਲਿਆ, ਅਜੇ ਤਾਂ ਅੱਧੀ ਰਾਤ ਹੈ, ਅਸੀਂ ਇਸ ਵਕਤ ਖੂਹ ਜੋਤਿਆ ਕਰਦੇ ਸਾਂ, ਮੈਨੂੰ ਤਾਰਿਆਂ ਦੀ ਚੰਗੀ ਜਾਚ ਹੈ। ਫਿਰ ਹੁਕਮ ਹੋਇਆ, ਲਹਿਣਿਆ ਤੂੰ ਵੇਖ। ਇਹਨਾਂ ਨੇ ਬਾਹਰ ਜਾ ਕੇ ਮੁੜ ਆਣ ਅਰਜ਼ ਕੀਤੀ, ਮਹਾਰਾਜ, ਜਿੰਨਾ ਤੁਸਾਂ ਦਿਨ ਚੜ੍ਹਾਇਆ ਹੈ ਓਨਾ ਹੀ ਚੜ੍ਹਿਆ ਹੈ। ਬਾਬੇ ਜੀ ਨੇ ਬਸਤਰ ਧੋਣ ਲਈ ਦਿੱਤੇ। ਇਹ ਧੋ ਕੇ ਸੁਕਾ ਕੇ ਲੈ ਆਇਆ ਤਾਂ ਅਜੇ ਪਹਿਰ ਰਾਤ ਰਹਿੰਦੀ ਸੀ। ਇਹ ਲਿਖਿਆ ਹੈ ਕਿ ਲਹਿਣਾ ਜੀ ਨੂੰ ਦੁਪਹਿਰ ਦਾ ਸੂਰਜ ਦਿਸਿਆ ਸੀ। ਫਰਸ਼ ਉੱਤੇ ਬਿੱਲੀ ਹੱਗ ਗਈ ਤੇ ਚੂਹਾ ਮਾਰ ਕੇ ਸਿੱਟ ਗਈ। ਬਾਬੇ ਜੀ ਨੇ ਬਚਨ ਮੰਨਣ ਦੀ ਪ੍ਰੀਖਿਆ ਵਾਸਤੇ ਸ਼੍ਰੀ ਚੰਦ ਨੂੰ ਆਖਿਆ, ਇਸ ਮੈਲੇ ਔਰ ਚੂਹੇ ਨੂੰ ਉਠਾ ਦਿਓ। ਉਹ ਬੋਲਿਆ, ਮੈਂ ਕੋਈ ਕੰਮ ਕਰਨ ਵਾਲਾ ਹਾਂ, ਮੈਂ ਨਹੀਂ ਇਹ ਕੰਮ ਕਰਨਾ। ਲਖਮੀ ਚੰਦ ਨੇ ਵੀ ਆਖਿਆ, ਤੁਹਾਡੀ ਮੱਤ ਟਿਕਾਣੇ ਨਹੀਂ ਰਹੀ, ਭਲੇ ਮਾਨਸਾ ਦੇ ਪੁੱਤਰ ਇਹੋ ਜਿਹੇ ਕੰਮ ਕਰਦੇ ਹਨ। ਲਹਿਣੇ ਜੀ ਨੇ ਦ੍ਰਿਸ਼ਟ ਕਰਨ ਸਾਰ ਦੋਵੇਂ ਉਠਾ ਕੇ ਫਰਸ਼ ਧੋ ਕੇ ਸਾਫ਼ ਕਰ ਦਿੱਤਾ। ਬਾਬੇ ਜੀ ਪਾਸ ਸੁੱਚੇ ਸੁਲੇਮਾਨੀ ਪੱਥਰ ਦਾ ਕਟੋਰਾ ਸੀ। ਦਹੀਂ ਪਾ ਕੇ ਖੂਹ ਉੱਤੇ ਇਸ਼ਨਾਨ ਕਰਨ ਗਏ। ਪੁੱਤਰ ਸਿੱਖ ਸਭ ਨਾਲ ਸੀ। ਕਟੋਰਾ ਹੱਥ ਵਿੱਚੋਂ ਇੱਕ ਗੰਦੇ ਤੇ ਡੂੰਘੇ ਚਬੱਚੇ ਵਿੱਚ ਸਿੱਟ ਕੇ ਪੁੱਤਰਾਂ ਨੂੰ ਕੱਢਣ ਲਈ ਆਖਿਆ। ਉਹਨਾਂ ਕਿਹਾ, ਇੱਕ ਪੈਸਾ ਜਾਂ ਸੇਰ ਦਾਣੇ ਦੇ ਕੇ ਕਿਸੇ ਮਜ਼ਦੂਰ ਤੋਂ ਕਢਾ ਲਵਾਂਗੇ, ਤੁਸੀਂ ਡੇਰੇ ਚੱਲੋ। ਅਸੀਂ ਗੰਦੇ ਚਿੱਕੜ ਵਿੱਚ ਪਈਏ, ਸੱਟ ਖਾਈਏ, ਕਿਆ ਚੰਗਾ ਲੱਗਦਾ ਹੈ? ਹੋਰ ਸਿੱਖਾਂ ਨੇ ਵੀ ਆਖਿਆ, ਜੀ ਸਾਹਿਬਜ਼ਾਦੇ ਸੱਚ ਆਖਦੇ ਹਨ। ਜਾਂ ਲਹਿਣੇ ਵੰਨੀ ਤੱਕਿਆ ਤਾਂ ਇਹਨੇ ਝੱਟ-ਪੱਟ ਚਬੱਚੇ ਵਿੱਚ ਵੜ ਕੇ ਕਟੋਰਾ ਕੱਢ ਧੋ ਮਾਂਜ ਬਾਬੇ ਦੇ ਹੱਥ ਵਿੱਚ ਦੇ ਦਿੱਤਾ। ਆਪ ਕੱਪੜੇ ਧੋ ਕੇ ਇਸ਼ਨਾਨ ਕਰਕੇ ਡੇਰੇ ਆ ਗਏ। ਇੱਕ ਵਾਰੀ ਬਹੁਤ ਝੜੀ ਲੱਗੀ। ਬਰਖਾ ਨੇ 3 ਦਿਨ ਲੰਗਰ ਨਾ ਹੋਣ ਦਿੱਤਾ। ਸਿੱਖਾਂ ਅਰਜ਼ ਕੀਤੀ, ਸੰਗਤ ਭੁੱਖੀ ਹੈ, ਹੁਕਮ ਹੋਇਆ ਤਪ ਕਰੋ। 2 ਦਿਨ ਹੋਰ ਗੁਜ਼ਰੇ ਤਾਂ ਸਿੱਖਾਂ ਨੂੰ ਭੁੱਖੇ ਡਾਮਾਡੋਲ ਫਿਰਦੇ ਦੇਖ ਕੇ ਇੱਕ ਟਿੱਬੇ ਉੱਤੇ ਕਿੱਕਰ ਹੇਠ ਜਾ ਬੈਠੇ। ਸ਼੍ਰੀ ਚੰਦ ਨੂੰ ਆਖਿਆ, ਬੱਚਾ ਸ਼੍ਰੀ ਚੰਦ, ਇਸ ਉੱਤੇ ਚੜ੍ਹ ਕੇ ਹਲੂਣਾ ਦੇ, ਮਿਠਾਈ ਗਿਰੇਗੀ। ਉਹ ਬੋਲਿਆ, ਹੁਣ ਠੀਕ 17 ਹੋ ਗਏ, आप ही लिखा चुके हो, 70 का मतहीन असीहा का व्यवहार न पावे। ਇਸੇ ਤਰ੍ਹਾਂ ਲਖਮੀ ਚੰਦ ਬੋਲਿਆ, ਤੁਸੀਂ ਕਮਲੇ ਹੋ ਗਏ ਹੋ, ਅਸੀਂ ਤਾਂ ਨਹੀਂ ਹੋਏ, ਕਦੇ ਕਿੱਕਰਾਂ ਉੱਤੇ ਵੀ ਮਠਾਈ ਚੜੀ ਹੈ। ਕੰਡੇ ਤੋਂ ਕੌੜੀਆਂ ਫਲੀਆਂ ਝੜ ਪੈਣਗੀਆਂ। ਹੋਰ ਸਿੱਖ ਵੀ ਬਹੁਤ ਸਾਰੇ ਉਹਨਾਂ ਦੇ ਹੀ ਬਚਨ ਦੀ ਗਵਾਹੀ ਦੇਣ ਲੱਗੇ। ਫਿਰ ਗੁਰੂ ਜੀ ਬੋਲੇ, ਬੱਚਾ ਲਹਿਣਿਆ, ਤੂੰ ਹੀ ਸੰਗਤ ਨੂੰ ਮਿਠਾਈ ਛਕਾ। ਕਿੱਕਰ ਹਿਲਾ। ਇਸ ਨੇ ਸ਼ਿਗਰ ਚੜ੍ਹ ਕੇ ਹਿਲਾਈ ਤਾਂ ਮਿਠਾਈ ਦੇ ਢੇਰ ਲੱਗ ਗਈ। ਸੰਗਤ ਨੇ ਰੱਜ ਰੱਜ ਕੇ ਛਕੀ ਤੇ ਪੱਲੇ ਵੀ ਬੰਨੀ। ਇੱਕ ਦਿਨ ਸਿੱਖੀ ਪਰਖਣ ਵਾਸਤੇ ਫਟੇ ਪੁਰਾਣੇ ਮੈਲੇ ਕੁਚੈਲੇ ਕੱਪੜੇ ਹੱਥ ਵਿੱਚ ਛੁਰਾ ਤੇ ਡੰਡਾ 4-5 ਕੁੱਤੇ ਕੁੱਤੀਆਂ ਲੈ ਕੇ ਅਤ ਭਿਆਨਕ ਸਾਂਸੀਆਂ ਗੰਧੀਲੀਆਂ ਜੈਸਾ ਵੇਸ ਕਰਕੇ ਜੰਗਲ ਵਿੱਚੋਂ ਧਰਮਸ਼ਾਲਾ ਵਿੱਚ ਆ ਵੜੇ।
ਜਿਹੜਾ ਅੱਗੇ ਆਵੇ ਪੁੱਛਣ ਤੂੰ ਕੌਣ ਹੈ, ਜੋ ਆਖੇ ਮੈਂ ਆਪ ਦਾ ਸਿੱਖ ਹਾਂ, ਉਸੇ ਨੂੰ ਡੰਡੇ ਮਾਰਨ ਲੱਗ ਜਾਣ। ਬਹੁਤ ਸਿੱਖ ਕੁੱਟੇ, ਭਾਂਜ ਪੈ ਗਈ। ਔੜਕ ਦਰਿਆ ਕਿਨਾਰੇ ਗਏ ਤਾਂ ਜਿਹੜੇ ਭਾਈ ਬੁੱਢੇ ਵਰਗੇ ਬੜੇ ਸਿਦਕੀ ਸੀ, ਸਭ ਨੂੰ ਸੁਣਾ ਕੇ ਆਖਿਆ, ਜੋ ਮੇਰਾ ਸਿੱਖ ਹੈ ਮੇਰੇ ਪਿੱਛੇ ਆਵੇ। ਅੱਗੇ ਗਏ ਤਾਂ ਲੱਗੇ ਸੋਟੇ ਟੀਮਾਂ ਮਾਰਨ। ਔੜਕ ਹੋਰ ਸਭ ਭੱਜ ਗਏ। ਪੰਜਾਂ ਨੇ ਇਹੋ ਆਖਿਆ, ਭਾਵੇਂ ਮਾਰ ਦਿਓ ਪਰ ਪਿੱਛਾ ਨਹੀਂ ਛੱਡਦੇ। ਗੁਰੂ ਜੀ ਗਹਿਰੇ ਜੰਗਲ ਵਿੱਚ ਗਏ। ਰਾਤ ਪੈ ਗਈ, ਅੰਧੇਰਾ ਹੋ ਗਿਆ ਤਾਂ ਅੱਗੇ ਚਿਤਾ ਬਲਦੀ ਨਜ਼ਰ ਆਈ। ਹੁਕਮ ਕੀਤਾ, ਮੇਰੇ ਸਿੱਖ ਹੋ ਤਾਂ ਇਸ ਵਿੱਚ ਪੈ ਜਾਓ। ਇੱਥੋਂ ਹੋਰ ਸਭ ਪਿੱਛੇ ਹਟ ਗਏ, ਇੱਕ ਲਹਿਣਾ ਜੀ ਰਹੇ। ਇਹਨਾਂ ਨੇ ਜਦ ਉਸ ਵਿੱਚ ਪ੍ਰਵੇਸ਼ ਕੀਤਾ ਤਾਂ ਇੱਕ ਬੂਟੀ ਦਾ ਢੇਰ, ਠੰਡਾ ਸੀਤ ਜੋ ਰਾਤ ਨੂੰ ਅੱਗ ਵਾਂਗੂ ਬਲਿਆ ਕਰਦੀ ਹੈ, ਦਿਖਿਆ। ਫਿਰ ਇੱਕ ਦਿਨ ਰਾਵੀ ਕਿਨਾਰੇ ਜਾ ਬੈਠੇ। ਸੰਗਤ ਉੱਥੇ ਹੀ ਇਕੱਠੀ ਹੋ ਗਈ। ਇੱਕ ਮੁਰਦਾ ਪਿਆ ਦੇਖ ਕੇ ਹੁਕਮ ਕੀਤਾ, ਜੋ ਸੱਚਾ ਸਿੱਖ ਮੇਰਾ ਹੈ ਸੋ ਮੁਰਦੇ ਨੂੰ ਖਾਵੇ, ਜੋ ਨਾ ਖਾਵੇ ਸੋ ਚਲਾ ਜਾਵੇ। ਇਹ ਸੁਣ ਕੇ ਸਭ ਖਿਸਕ ਗਏ। ਗੁਰੂ ਅੰਗਦ ਜੀ ਨੇ ਬੇਨਤੀ ਕੀਤੀ, ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ ਖਾਵਾਂ? ਹੁਕਮ ਹੋਇਆ ਵਿਚਕਾਰੋਂ। ਜਾਂ ਉਸ ਦਾ ਪਰਦਾ ਚੁੱਕਿਆ ਤਾਂ ਕੜਾਹ ਪ੍ਰਸ਼ਾਦ ਨਜ਼ਰ ਆਇਆ। ਇੱਕ ਦਿਨ ਸਭਾ ਵਿੱਚ ਬੈਠਿਆਂ ਬਚਨ ਕੀਤਾ, ਜਿਹੜੇ ਆਪਣੀ ਮਾਈ ਨੂੰ ਭੋਗੇਗਾ ਉਹ ਸਾਡਾ ਸਿੱਖ ਹੈ। ਬਾਕੀ ਦੇਖਾ ਦੇਖੀ ਦੇ ਤੇ ਮਾਇਆ ਦੇ ਹਨ। ਇਹ ਸੁਣ ਕੇ ਹੋਰ ਸਭ ਕੋਈ ਮਨ ਵਿੱਚ ਕੋਈ ਜ਼ਾਹਰ ਆਖਣ ਲੱਗ ਪਏ, ਜੋ ਠੀਕ ਸਾਹਿਬਜ਼ਾਦੇ ਆਖਦੇ ਹੁੰਦੇ ਹਨ ਕਿ ਗੁਰੂ ਜੀ ਦੀ ਬੁੱਧੀ ਟਿਕਾਣੇ ਨਹੀਂ ਰਹੀ। ਭਲਾ ਇਹ ਅਨਰਥ ਕੌਣ ਕਰ ਸਕਦਾ ਹੈ? ਪਰੰਤੂ ਲਹਿਣਾ ਜੀ ਚੁੱਪ ਚਾਪ ਉੱਠ ਕੇ ਖੰਡੂਰ ਨੂੰ ਚਲੇ ਗਏ ਤੇ ਆਪਣੀ ਮਾਤਾ ਦਾ ਦੁੱਧ ਚੁੰਘ ਕੇ ਵਾਪਸ ਚਲੇ ਆਏ। ਜਦ ਆਏ ਤਾਂ ਗੁਰੂ ਜੀ ਨੇ ਪੁੱਛਿਆ, ਪੁਰਖਾ ਮਾਈ ਨੂੰ ਭੋਗ ਆਇਆ ਹੈ? ਤਾਂ ਹੱਥ ਜੋੜ ਕੇ ਅੰਗਦ ਜੀ ਬੋਲੇ, ਭੋਗ ਆਇਆ ਹਾਂ। ਤੇ ਆਖਿਆ, ਸੱਚੇ ਪਾਤਸ਼ਾਹ, ਪ੍ਰਥਮੇ ਤਾਂ ਮਾਇਆ ਨੂੰ ਸਭ ਪੁਰਖ ਭੋਗਦੇ ਹਨ। ਮਾਇਆ ਪ੍ਰਕਿਰਤੀ ਇਹੋ ਸਭ ਦੀ ਜਨਨੀ ਹੈ। ਦੂਸਰੇ ਮੈਂ ਮਾਤਾ ਦਾ ਦੁੱਧ ਚੁੰਘ ਆਇਆ ਹਾਂ, ਇਹੋ ਮਾਈ ਦਾ ਭੋਗਣਾ ਹੈ। ਐਡੀ ਵੱਡੀ ਡੂੰਘੀ ਦਲੀਲ ਤੇ ਸਿਦਕ ਬੁੱਧੀ ਦੇਖ ਕੇ 10 ਪ੍ਰਕਾਰ ਦੀਆਂ ਭੁਲਾਣੀਆਂ ਕਸੋਟੀਆਂ ਦੇ ਕਿ ਜਦ ਲਹਿਣੇ ਜੀ ਨੂੰ 12 ਵੰਨੀ ਦੇ ਕੰਚਨ ਵਾਂਗੂ ਸ਼ੁੱਧ ਗੁਰਿਆਈ ਦੇ ਲਾਇਕ ਦੇਖ ਲਿਆ ਤਾਂ ਬਾਬੇ ਜੀ ਨੇ ਬਹੁਤ ਖੁਸ਼ ਹੋ ਕੇ ਲਹਿਣੇ ਜੀ ਨੂੰ ਭੁਜਾ ਵਿੱਚ ਘੁੱਟ ਕੇ ਗਲ ਨਾਲ ਲਾ ਲਿਆ ਤੇ ਬਚਨ ਕੀਤਾ, ਅੰਗਦਾ, ਤੈਂ ਸਾਨੂੰ ਅੰਗ ਦਿੱਤਾ ਸੀ, ਅਸਾਂ ਤੈਨੂੰ ਆਪਣਾ ਅੰਗ ਦੇ ਕੇ ਤੇਰਾ ਨਾਮ ਅੰਗਦ ਰੱਖਿਆ ਹੈ। ਤੂੰ ਅੱਜ ਤੋਂ ਅੰਗਦ ਹੋਇਆ ਤੇ ਸਾਰੇ ਸੰਸਾਰ ਸਮੁੰਦਰ ਥੀਂ ਤਾਰਨ ਦਾ ਮਲਾਹ ਹੋਇਆ। ਇੰਨੇ ਨਾਲ ਹੀ ਅੰਗਦ ਜੀ ਦੇ ਕਪਾਟ ਖੁੱਲ੍ਹ ਗਏ। ਰਿੱਧੀ ਸਿੱਧੀ ਬ੍ਰਹਮ ਗਿਆਨ ਸਭ ਸਾਖਸ਼ਾਤ ਹੋ ਗਿਆ। ਗੁਰੂ ਮੰਤਰ ਜਪਨ ਜੀ ਤੇ ਉਪਦੇਸ਼ ਕਥਨ ਦੀ ਸਭ ਰੀਤ ਤਾਂ ਪਹਿਲੇ ਹੀ ਸਮਝ ਰੱਖੀ ਸੀ। ਸਭ ਸੰਗਤ ਦਾ ਦਰਬਾਰ ਤੇ ਕੜਾਹ ਪ੍ਰਸ਼ਾਦ ਕਰਾ ਕੇ ਅੰਗਦ ਜੀ ਨੂੰ ਇਸ਼ਨਾਨ ਕਰਵਾ, ਨਵੀਨ ਪੁਸ਼ਾਕੀ ਪਹਿਨਾ, ਆਪਣੀ ਗੱਦੀ ਉੱਤੇ ਬਿਠਾ ਕੇ ਬਾਬੇ ਬੁੱਢੇ ਤੋਂ ਕੇਸਰ ਦਾ ਤਿਲਕ ਕਰਵਾ, 5 ਪੈਸੇ ਇੱਕ ਨਾਰੀਅਲ ਅੱਗੇ ਰੱਖ ਕੇ 3 ਪਰਿਕਰਮਾ ਕਰਕੇ ਅੰਗਦ ਜੀ ਅੱਗੇ ਮੱਥਾ ਟੇਕ ਦਿੱਤਾ। ਅੰਗਦ ਦੀ ਜਦਪੀ ਇਸ ਬੋਝ ਨੂੰ ਉਠਾਉਣਾ ਨਹੀਂ ਚਾਹੁੰਦੇ ਸੀ, ਪਰ ਗੁਰੂ ਨਾਨਕ ਸਾਹਿਬ ਮਰਿਆਦਾ ਪੁਰਸ਼ੋਤਮ ਨੇ ਆਪਣਾ ਬਚਨ ਮਨਾ ਲਿਆ। 13 ਮੱਘਰ ਸੰਮਤ 1594 ਬਿਕਰਮੀ ਨੂੰ ਗੱਦੀ ਦੇ ਮੱਥਾ ਟੇਕ ਸੰਗਤਾਂ ਤੋਂ ਟਿੱਕਾ ਦਿੱਤਾ ਤੇ ਬਾਬੇ ਬੁੱਢੇ ਆਦਿਕ ਸਭ ਸਿੱਖਾਂ ਨੂੰ ਹੁਕਮ ਸੁਣਾਇਆ ਕਿ ਅੱਜ ਤੋਂ ਅੰਗਦ ਜੀ ਨੂੰ ਮੇਰਾ ਸਰੂਪ ਮੰਨਣਾ। ਇਹ ਜਗਤ ਗੁਰੂ ਸੰਗਤਾਂ ਦੇ ਤਾਰਨਹਾਰਾ ਮਲਾਹ ਕੀਤਾ ਗਿਆ ਹੈ। ਜੋ ਇਸ ਨੂੰ ਮੇਰਾ ਰੂਪ ਨਾ ਮੰਨੇਗਾ ਉਹ ਮੇਰਾ ਸਿੱਖ ਨਹੀਂ। ਮੈਂ ਆਪਣੀ ਕਮਾਈ, ਸ਼ਕਤੀ, ਅਕਾਲ ਪੁਰਖ ਦੀ ਬਖਸ਼ੀਸ਼ ਸਭ ਇਸੇ ਨੂੰ ਬਖਸ਼ੀ ਹੈ। ਇਸ ਬਚਨ ਨੂੰ ਸਭ ਨੇ ਪ੍ਰਵਾਨ ਕੀਤਾ, ਪਰੰਤੂ ਸ਼੍ਰੀ ਚੰਦ ਲਖਮੀ ਚੰਦ ਜੀ ਮਨ ਵਿੱਚ ਬਹੁਤ ਖਿਜੇ ਤੇ ਵੱਧ ਘੱਟ ਬੋਲਦੇ ਹੋਏ ਬੜੇ ਕ੍ਰੋਧਵਾਨ ਹੋਏ। ਇਸੇ ਕ੍ਰੋਧ ਵਿੱਚ ਸ਼੍ਰੀ ਚੰਦ ਜੀ ਸਿਰ ਵਿੱਚ ਸੁਆਹ ਪਾ ਕੇ ਟਾਹਲੀ ਹੇਠ ਪਿੰਡੋਂ ਬਾਹਰ ਜਾ ਬੈਠੇ ਤਾਂ ਲਖਮੀ ਚੰਦ ਜੀ ਘਰ ਜਾ ਬੈਠੇ। ਬਾਬੇ ਜੀ ਨੇ ਪੁੱਤਰਾਂ ਦਾ ਵਿਰੋਧ ਵੱਧਦਾ ਦੇਖ ਕੇ ਅੰਗਦ ਜੀ ਨੂੰ ਆਖਿਆ, ਪੁਰਖਾ, ਹੁਣ ਤੂੰ ਆਪਣੇ ਨਗਰ ਖੰਡੂਰ ਜਾ ਕੇ ਰਹੋ ਤੇ ਉੱਥੇ ਹੀ ਰਹਿਣਾ, ਇੱਥੇ ਨਹੀਂ ਆਉਣਾ। ਅਸੀਂ ਆਪ ਹੀ ਤੇਰੇ ਪਾਸ ਆਵਾਂਗੇ। ਬਚਨ ਮੰਨ ਕੇ ਬੇਵਸ ਹੋਏ ਗੁਰੂ ਅੰਗਦ ਜੀ ਬਾਬੇ ਨਾਨਕ ਜੀ ਦੇ ਚਰਨਾਂ ਨੂੰ ਬਾਰ-ਬਾਰ ਚੁੰਮ ਕੇ ਨੇਤਰਾਂ ਤੋਂ ਜਲ ਪੂਰਨ ਕਰਦੇ
ਖਡੂਰ ਸਾਹਿਬ ਨਿਹਾਲੇ ਜੱਟ ਦੇ ਘਰ, ਜੋ ਗੁਰੂ ਜੀ ਦਾ ਸਿੱਦਕੀ ਸਿੱਖ ਸੀ, ਜਾ ਠਹਿਰੇ। ਨਿਹਾਲੇ ਜੱਟ ਦੀ ਇਸਤਰੀ ਪਿਰਾਈ ਨਾਮ ਗੁਰੂ ਅੰਗਦ ਜੀ ਨੂੰ ਦੇਖ ਕੇ ਬਾਗ ਹੋ ਗਈ। ਅਤ ਸ਼ਰਧਾ ਨਾਲ ਚਰਨ ਉੱਤੇ ਮੱਥਾ ਟੇਕਿਆ। ਗੁਰੂ ਜੀ ਨੇ, ਜਿਨ੍ਹਾਂ ਨੂੰ ਬਾਬਾ ਜੀ ਦੇ ਵਿਯੋਗ ਦਾ ਵੈਰਾਗ ਹੋ ਰਿਹਾ ਸੀ, ਬੜਾ ਹੌਸਲਾ ਕਰਕੇ ਆਖਿਆ, ਮਾਈ ਸਾਨੂੰ ਇੱਕ ਕੋਠੜੀ ਇਕਾਂਤ ਦੇ ਤੇ ਉਸ ਵਿੱਚ ਬੈਠ ਕੇ ਬਾਹਰੋਂ ਜਿੰਦਰਾ ਲਾ ਛੱਡ। ਮਾਈ ਨੇ ਉਸੇ ਤਰ੍ਹਾਂ ਕੀਤਾ ਤੇ ਗੁਰੂ ਜੀ ਦੇ ਕਹੇ ਅਨੁਸਾਰ ਰੋੜਾਂ ਦਾ ਬਿਸਤਰਾ ਕਰ ਦਿੱਤਾ। ਉਸ ਉੱਪਰ ਬੈਠ ਕੇ ਗੁਰੂ ਅੰਗਦ ਜੀ ਤਪੱਸਿਆ ਕਰਨ ਲੱਗੇ। 8 ਪੈਰੀ ਪਾਉ ਭਰ ਦੁੱਧ ਤੇ 4 ਤੋਲੇ ਦੀ ਇੱਕ ਫੁਲਕੀ ਛਕਣ, ਰਾਤ ਨੂੰ ਬਾਹਰ ਨਿਕਲ ਜਾਣ ਤੇ ਬਹੁਤ ਤੜਕੇ ਇਸ਼ਨਾਨ ਕਰਕੇ ਫਿਰ ਆ ਬੈਠਣ। ਉਧਰ ਬਾਬਾ ਜੀ ਵੀ ਪੁੱਤਰਾਂ ਦੇ ਆਗਿਆਕਾਰੀ ਨਾ ਹੋਣ ਕਰਕੇ ਉਦਾਸ ਹੀ ਰਹਿੰਦੇ ਰਹੇ। ਕਦੇ ਪੱਖੋ ਕੇ ਪਿੰਡ ਸਧਾਰਨ ਸਿੱਖ ਦੇ ਰਹਿਣ, ਕਦੇ ਜੰਗਲ ਵਿੱਚ ਜਾ ਬੈਠਣ, ਕਦੇ ਕਰਤਾਰਪੁਰ ਸੰਗਤਾਂ ਨੂੰ ਉਪਦੇਸ਼ ਦੇਣ। 8 ਮਹੀਨੇ ਗੁਜ਼ਰੇ ਤਾਂ ਇੱਕ ਧੀਰੂ ਨਾਈ ਦੇ ਤੇ ਸਧਾਰਨ ਨੂੰ ਨਾਲ ਲੈ ਕੇ ਚੁੱਪਚਾਪ ਖਡੂਰ ਜਾ ਮਾਈ ਪਿਰਾਈ ਤੋਂ ਬੂਹਾ ਖੁਲਾਇਆ ਤਾਂ ਗੁਰੂ ਅੰਗਦ ਜੀ ਦੀ ਅਖੰਡ ਸਮਾਧੀ ਲੱਗੀ ਹੋਈ ਦੇਖੀ। ਜਿਸ ਸਰੂਪ ਦਾ ਉਹ ਧਿਆਨ ਕਰਦੇ ਸੀ, ਉਹ ਆਪਣਾ ਰੂਪ ਗੁਰੂ ਨਾਨਕ ਜੀ ਨੇ ਆਤਮਕ ਵਿਦਿਆ ਦੀ ਸ਼ਕਤੀ ਨਾਲ ਖਿੱਚ ਲਿਆ। ਗੁਰੂ ਅੰਗਦ ਜੀ ਦੇ ਨੇਤਰ ਖੁੱਲ੍ਹੇ ਤਾਂ ਉਹ ਇਸ਼ਟ ਦੇਵ ਸਤਿਗੁਰੂ ਸਾਹਮਣੇ ਦੇਖੇ। ਗਦ ਗਿਰਾ ਰੋਮਾਂਚ ਹੋਕਰ ਨੇਤਰ ਬਹਿ ਤੁਰੇ ਤੇ ਚਰਨਾਂ ਉੱਪਰ ਡਿੱਗ ਪਏ। ਬਾਬਾ ਜੀ ਨੇ ਛਾਤੀ ਨਾਲ ਲਗਾ ਕੇ ਗਿਆਨ ਵਿਗਿਆਨ ਦ੍ਰਿੜਾਇਆ। ਦਿਨੇ ਦੋਵੇਂ ਗੁਰੂ ਉਸ ਕੋਠੜੀ ਵਿੱਚ ਆ ਬੈਠਣ ਤੇ ਰਾਤ ਨੂੰ ਜੰਗਲ ਵਿੱਚ ਮੰਗਲ ਕਰਿਆ ਕਰਨ। 2 ਮਹੀਨੇ ਇਸੇ ਪ੍ਰਕਾਰ ਗੁਜ਼ਾਰੇ। ਉਧਰ ਸੰਗਤ ਗੁਰੂ ਨਾਨਕ ਜੀ ਦੇ ਦਰਸ਼ਨਾਂ ਬਿਨਾਂ ਵਿਆਕੁਲ ਹੋਈ ਤਾਂ ਅੰਤਰਜਾਮੀ ਸਰਬੱਗਿਆ ਗੁਰੂ ਨਾਨਕ ਜੀ ਨੇ ਕਰਤਾਰਪੁਰ ਨੂੰ ਚੱਲਣ ਲੱਗਿਆਂ ਪਿਆਰ ਦਿੱਤਾ। ਪਿੱਠ ਠੋਕ ਕੇ ਬਚਨ ਕੀਤਾ, ਪੁਰਖਾ ਮੈਂ ਜਿੰਨੇ ਜਪ ਤਪ ਕੀਤੇ ਹਨ ਸਭ ਤੇਰੇ ਵਾਸਤੇ ਹਨ, ਤੂੰ ਇਹ ਅਤ ਕਠਨ ਤਪੱਸਿਆ ਨਾ ਕਰ। ਇਹ ਕਹਿ ਕੇ ਬਾਬੇ ਜੀ ਨੇ ਤਾਂ ਕਰਤਾਰਪੁਰ ਸੰਗਤ ਨੂੰ ਜਾ ਦਰਸ਼ਨ ਦਿੱਤੇ ਅਤੇ ਗੁਰੂ ਅੰਗਦ ਜੀ ਉਸੇ ਪ੍ਰਕਾਰ ਗੁਰੂਦੇਵ ਜੀ ਦੇ ਧਿਆਨ ਵਿੱਚ ਮਗਨ ਬੈਠੇ ਰਹੇ। ਅਜੇ 4 ਮਹੀਨੇ ਵੀ ਨਹੀਂ ਹੋਏ ਸੀ ਕਿ ਗੁਰੂ ਅੰਗਦ ਜੀ ਦੇ ਪ੍ਰੇਮ ਨੇ ਐਡੀ ਡਾਢੀ ਖਿੱਚ ਕੀਤੀ, ਜੋ ਬਾਬਾ ਜੀ ਸਧਾਰਨ ਦੇ ਘਰੋਂ ਤੁਰ ਕੇ ਝੱਟ-ਪੱਟ ਹੀ ਖਡੂਰ ਆ ਗਏ ਤੇ ਕੋਠੜੀ ਦਾ ਬੂਹਾ ਆ ਖੁਲਾਇਆ। ਗੁਰੂ ਅੰਗਦ ਜੀ ਨੇ ਛੇਤੀ ਨਾਲ ਉੱਠ ਕੇ ਚਰਨਾਂ ਉੱਪਰ ਸੀਸ ਰੱਖ ਦਿੱਤਾ। ਬਾਬਾ ਜੀ ਨੇ ਉਠਾ ਗਲਵੱਕੜੀ ਵਿੱਚ ਲੈ ਕੇ ਪਿਆਰ ਦਿੱਤਾ। ਤਪ ਕਰਦਿਆਂ ਗੁਰੂ ਅੰਗਦ ਜੀ ਦੀਆਂ ਭਾਵੇਂ ਹੱਡੀਆਂ ਹੀ ਰਹਿ ਗਈਆਂ ਸਨ, ਪਰੰਤੂ ਚਿਹਰੇ ਦੀ ਜੋਤ ਅਜਿਹੀ ਸ਼ਕਤੀ ਵਾਲੀ ਸੀ ਕਿ ਕੋਈ ਸਾਹਮਣੇ ਨਹੀਂ ਤੱਕ ਸਕਦਾ ਸੀ। ਗੁਰੂ ਨਾਨਕ ਜੀ ਦਾ ਖਡੂਰ ਪਹੁੰਚਣਾ ਵੀ ਨਿਹਾਲੇ ਸਿੱਖ ਨੇ ਜ਼ਾਹਰ ਨਾ ਕੀਤਾ ਤੇ ਮਾਈ ਪਿਰਾਈ ਮਨੋ ਤਨੋ ਹੋ ਕੇ ਸੇਵਾ ਕਰਦੀ ਰਹੀ। 15 ਕੁ ਦਿਨ ਗੁਰੂ ਨਾਨਕ ਜੀ ਉੱਥੇ ਰਹੇ ਤੇ ਆਪਣੀ ਯਾਤਰਾ ਦੀਆਂ ਸਭ ਕਥਾ ਸੁਣਾਈਆਂ। ਜਦ ਬਾਬਾ ਜੀ ਤੁਰਨਾ ਚਾਹੁੰਦੇ ਤਦੋਂ ਹੀ ਗੁਰੂ ਅੰਗਦ ਜੀ ਦਾ ਵੈਰਾਗ ਛੁੱਟ ਪਵੇ। ਫਿਰ ਬਾਬਾ ਜੀ ਨੇ ਜਪਜੀ ਸਾਹਿਬ ਤੇ ਮੂਲ ਮੰਤਰ ਦੇ ਅਰਥ ਦ੍ਰਿੜ ਕਰਾਏ ਤੇ ਕਿਹਾ, ਇਸੇ ਮੰਤਰ ਦੇ ਜਾਪ ਕਰਨੇ ਕਰ ਦਿਨੋ ਦਿਨ ਗਿਆਨ ਵੱਧਦਾ ਹੈ ਤੇ ਕੋਈ ਜਿੰਨ ਭੂਤ ਜਾਦੂ ਟੂਣਾ ਨੇੜੇ ਨਹੀਂ ਆਉਂਦਾ। ਜਦ ਫਿਰ ਵੀ ਗੁਰੂ ਅੰਗਦ ਜੀ ਦਾ ਮੋਹ ਨਾ ਟੁੱਟਿਆ ਤਾਂ ਬਾਬੇ ਜੀ ਨੇ ਬ੍ਰਹਮ ਵਿਦਿਆ ਦਾ ਉਪਦੇਸ਼ ਸਪਸ਼ਟ ਕਰਕੇ ਦ੍ਰਿੜ ਕਰਾਇਆ। ਪਹਿਲੇ ਵਰਣਾਸ਼ਰਮ ਦੇ ਧਰਮ ਦੱਸੇ, ਪੁਨः ਵੈਰਾਗ ਸਮਦਮ ਉਪਰੰਤ ਤਤਿਖਿਆ ਸ਼ਰਧਾ ਸਵਾਧਨਤਾ ਇਹਨਾਂ ਦੇ ਕਾਰਨ ਸਰੂਪ ਫਲ ਅਵਧੀ ਸਮਝਾ ਕੇ ਮਮੁਖਯਤਾ ਦੱਸ ਕਰ ਸ਼ਰਵਣ ਮੰਨਨ ਨਿਦਰਸ਼ਨ ਸਾਖਸ਼ਾਤ 4 ਪ੍ਰਕਾਰ ਦੀ ਅਗਨੀ ਦਾ ਦ੍ਰਿਸ਼ਟਾਂਤ ਦੇ ਕੇ ਬ੍ਰਹਮ ਗਿਆਨ ਦ੍ਰਿੜ ਕਰਾਇਆ। ਜਿਉਂ-ਜਿਉਂ ਵਿਵੇਕ ਦਾ ਅਭਿਆਸ ਕਰਾਉਂਦੇ ਗਏ ਤਿਉਂ-ਤਿਉਂ ਤਿੰਨਾਂ ਦੇਹਾਂ 5 ਕੋਸ਼ਾਂ ਤੋਂ ਆਤਮਾ ਵੱਖਰਾ ਪਰਮਾਤਮਾ ਦਾ ਰੂਪ ਦ੍ਰਿੜ ਹੁੰਦਾ ਗਿਆ। ਫਿਰ 9 ਦੇਸ ਕਾਲ ਉਸਤੂ ਈਸ਼ਵਰ ਦੇ 9 ਦੇਸ ਕਾਲ ਉਸਤੂ ਜੀਵ ਦੇ ਦਿਖਾ ਕਰ 9 ਪ੍ਰਕਾਰ ਦਾ ਅਭਿਆਸ ਕਰਾਇਆ ਤੇ ਮੁੰਜ ਵਿੱਚੋਂ ਤੀਲ ਵੱਖਰੀ ਕਰ ਦਿਖਾਉਣ ਵਾਂਗੂ ਆਤਮਾ ਪਿੰਡ ਤੋਂ ਪਰਮਾਤਮਾ ਬ੍ਰਹਮੰਡ ਤੋਂ ਨਿਆਰੇ ਤੇ ਇੱਕ ਰੂਪ ਕਰ ਦਿਖਾਏ। ਭਾਵੇਂ ਗੁਰੂ ਅੰਗਦ ਜੀ ਤਾਂ ਪਹਿਲੇ ਹੀ ਬਾਬੇ ਜੀ ਦੀ ਕਿਰਪਾ ਨਾਲ ਪੂਰਨ ਬ੍ਰਹਮ ਗਿਆਨੀ ਜੋਗੀ ਬਣ ਰਹੇ ਸੀ, ਪਰੰਤੂ
ਹੋਰ ਸਿੱਖਾਂ ਵਾਸਤੇ ਬ੍ਰਹਮ ਵਿਦਿਆ ਦੀ ਪ੍ਰਕਿਰਿਆ ਪ੍ਰਗਟ ਕਰਨੀ ਯੋਗ ਸੀ। ਇਸ ਕਰਕੇ ਗੁਰੂ ਅੰਗਦ ਜੀ ਦੁਆਰਾ ਪ੍ਰਗਟ ਕੀਤੀ। ਜਦ ਬਾਬਾ ਜੀ ਇਸ ਪ੍ਰਕਾਰ ਬ੍ਰਹਮ ਵਿਦਿਆ ਦ੍ਰਿੜਾ ਕੇ ਤੁਰਨ ਲੱਗੇ ਤਾਂ ਗੁਰੂ ਅੰਗਦ ਜੀ ਨੂੰ ਵੈਰਾਗ ਨਾ ਹੋਇਆ। ਇਸ ਲਈ ਬਾਬਾ ਜੀ ਬੜੇ ਖੁਸ਼ ਹੋਏ ਤੇ ਥਾਪੀ ਦੇ ਕੇ ਮੁੜ ਪੱਖੋ ਕੇ ਪਿੰਡ ਸਾਧਾਰਨ ਸਿੱਖ ਦੇ ਘਰ ਆ ਰਹੇ ਤੇ ਉੱਥੋਂ ਕਰਤਾਰਪੁਰ ਪਹੁੰਚ ਕੇ ਸੰਦੇਹ ਸੱਚਖੰਡ ਨੂੰ ਚਲੇ ਗਏ। ਗੁਰੂ ਨਾਨਕ ਜੀ ਦੇ ਪਿੱਛੋਂ ਭਾਵੇਂ ਸਾਹਿਬਜ਼ਾਦੇ ਤਾਂ ਉਸੇ ਗੱਦੀ ਪਰ ਬੈਠ ਕੇ ਬਥੇਰਾ ਸੰਗਤ ਨੂੰ ਸ਼ਬਦ ਸਾਖੀ ਸੁਣਾ ਰਹੇ, ਪਰ ਸੰਗਤ ਗੁਰਾਂ ਦੇ ਦਰਸ਼ਨ ਉਪਦੇਸ਼ ਬਿਨਾਂ ਵਿਆਕੁਲ ਹੋਈ ਸਵਾਤੀ ਦੇ ਪਿਆਸੇ ਪਪੀਹੇ ਵਾਂਗੂ ਗੁਰੂ ਅੰਗਦ ਜੀ ਦੇ ਦੇਖਣ ਨੂੰ ਚਾਹ ਰਹੀ ਸੀ। ਔੜਕ ਲਾਲੋ ਸਧਾਰਨ ਅਜੀਤੇ ਧੀਰੂ ਬੂੜੇ ਭਾਗੀਰਥੀਏ ਆਦਿਕ ਸਿੱਖਾਂ ਨੇ ਭਾਈ ਬੁੱਢੇ ਨੂੰ ਆਖਿਆ, ਤੂੰ ਕਿਹਾ ਕਰਦਾ ਸੈਂ ਕਿ ਮੈਂ ਸਮਾਧੀ ਲਾ ਕੇ ਗੁਪਤ ਚੀਜ਼ ਦੇਖ ਸਕਦਾ ਹਾਂ, ਹੁਣ ਦੱਸ ਗੁਰੂ ਅੰਗਦ ਜੀ ਕਿੱਥੇ ਹਨ? 1.5-2 ਬਰਸ ਤੋਂ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾ, ਕਿਵੇਂ ਪਤਾ ਲੱਗੇਗਾ? ਤਦ ਰਾਤ ਨੂੰ ਭਾਈ ਬੁੱਢੇ ਨੇ ਇਕਾਗਰ ਬਿਰਤੀ ਕਰਕੇ ਦੇਖਿਆ ਤੇ ਸਵੇਰੇ ਸੰਗਤਾਂ ਨੂੰ ਨਾਲ ਲੈ ਤੁਰਿਆ ਤੇ ਰਵਾਂ ਰਵੀ ਮਾਈ ਪਿਰਾਈ ਦੇ ਬੂਹੇ ਅੱਗੇ ਖਡੂਰ ਵਿੱਚ ਆ ਬੈਠਾ। ਪਿਰਾਈ ਨੇ ਆਖਿਆ, ਇੱਥੇ ਤੁਹਾਡਾ ਗੁਰੂ ਨਹੀਂ। ਭਾਈ ਬੁੱਢੇ ਜੀ ਨੇ ਆਖਿਆ, ਮੀਂਹ ਉੱਠਾ, ਪੁੱਤਰ ਜੰਮਿਆ, ਚੰਦ ਚੜਿਆ, ਧਨ ਲੱਭਿਆ, ਭਲਾ ਕਦੇ ਛਿਪਿਆ ਹੈ? ਸੰਗਤ ਦਾ ਪ੍ਰੇਮ ਦੇਖ ਕੇ ਮਾਈ ਨੇ ਉਸ ਕੋਠੜੀ ਵੰਨੀ ਹੱਥ ਕਰ ਦਿੱਤਾ ਜਿਸ ਦੇ ਅੰਦਰ ਗੁਰੂ ਜੀ ਸੀ। ਭਾਈ ਬੁੱਢੇ ਜੀ ਨੇ ਬੂਹਾ ਖੋਲ੍ਹਿਆ ਤਾਂ ਕੀ ਦੇਖੇ, ਜੋ ਰੋੜਾਂ ਦੇ ਬਿਸਤਰੇ ਪਰ ਜੋਤ ਹੀ ਜੋਤ ਪ੍ਰਕਾਸ਼ ਰਹੀ ਹੈ। ਸੰਗਤ ਨੂੰ ਦੇਖ ਤੇ ਬਾਬੇ ਜੀ ਦਾ ਜੋਤੀ ਜੋਤ ਸਮਾਵਣਾ ਸਮਝ ਕੇ ਗੁਰੂ ਅੰਗਦ ਜੀ ਦੇ ਨੇਤਰ ਵਹਿ ਤੁਰੇ। ਸਿੱਖਾਂ ਨੇ ਚਰਨਾਂ ਉੱਪਰ ਸੀਸ ਧਰੇ ਤੇ ਪੱਕ ਜਾਣ ਲਿਆ ਕਿ ਜੋਤ 오ਹਾ ਜੁਗਤ ਸਾਏ, ਸਹਿਜ ਕਾਇਆ ਫੇਰ ਪਲਟੀਐ। ਸਾਖਸ਼ਾਤ ਗੁਰੂ ਨਾਨਕ ਜੀ ਹਨ। ਗੁਰੂ ਜੀ ਨੇ ਆਖਿਆ, ਭਾਈ ਜੀ ਜੋ ਕੁਝ ਚਾਹੀਦਾ ਹੈ ਮੰਗੋ। ਬੁੱਢੇ ਜੀ ਨੇ ਹੱਥ ਜੋੜ ਕੇ ਮੰਗਿਆ, ਜੀ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਓ ਤੇ ਸਤਨਾਮ ਦ੍ਰਿੜਾ ਕੇ ਜਗਤ ਦਾ ਉਧਾਰ ਕਰੋ। ਸੰਗਤ ਦੀ ਬੇਨਤੀ ਮੰਨ ਕੇ ਗੁਰੂ ਜੀ ਪ੍ਰਗਟ ਹੋਏ। ਜਿਉਂ-ਜਿਉਂ ਸੰਗਤਾਂ ਨੂੰ ਖਬਰ ਹੋਈ ਤਿਉਂ-ਤਿਉਂ ਸਿੱਖ ਲੱਗੇ ਆਵਣ। ਰਿੱਧੀ ਸਿੱਧੀ ਬਹੁਤ ਆਵੇ, ਲੰਗਰ 2 ਵਕਤ ਹੋਵੇ, ਜੋ ਕੁਛ ਆਵੇ ਸਭ ਲੰਗਰ ਵਿੱਚ ਪਾ ਦੇਣ। ਖੀਰ ਕੜਾਹ ਪ੍ਰਸ਼ਾਦ ਲੱਗਾ ਹੋਣ, ਭਾਵੇਂ ਰਾਤ ਦਿਨੇ ਸੰਗਤ ਦੀ ਭੀੜ ਬਣੀ ਰਹੇ ਤਾਂ ਵੀ ਗੁਰੂ ਅੰਗਦ ਜੀ ਤਪਿਆਣੇ ਤਲਾਓ ਦੇ ਕਿਨਾਰੇ ਰੋੜਾਂ ਦੇ ਢੇਰ ਉੱਤੇ ਬੈਠ ਕੇ ਹਮੇਸ਼ ਤਪ ਕਰਦੇ ਰਹੇ। ਬਾਕੀ 2 ਪਹਿਰ ਬਿਰਾਜਣ, 4 ਪਹਿਰ ਸਭਾ ਵਿੱਚ ਬੈਠਣ ਤੇ ਸ਼ਬਦ ਸਾਖੀ ਕੀਰਤਨ ਹੋਣ। ਭਾਈ ਸਾਧੂ ਬਾਦੂ ਸਜਾਦੇ ਦੇ ਬੇਟੇ ਭਾਈ ਮਰਦਾਨੇ ਦੇ ਪੋਤਰੇ ਗੁਰੂ ਅੰਗਦ ਜੀ ਅੱਗੇ ਸਿੱਖਾਂ ਦੀ ਸਭਾ ਵਿੱਚ ਅੰਮ੍ਰਿਤ ਵੇਲੇ ਆਸਾ ਦੀ ਵਾਰ ਤੇ ਪਿਛਲੇ ਵੇਲੇ ਹੋਰ ਕੀਰਤਨ ਕਰਕੇ ਸੰਗਤ ਨੂੰ ਆਨੰਦ ਦੇਣ। ਭਾਈ ਬਾਲੇ ਨੂੰ ਖਬਰ ਹੋਈ ਤਾਂ ਆਣ ਦਰਸ਼ਨ ਕੀਤੇ ਤੇ ਮਸਾਲ ਨਾਲੋਂ ਮਸਾਲ ਜਗਣ ਵਾਂਗੂ ਗੁਰੂ ਅੰਗਦ ਜੀ ਨੂੰ ਪ੍ਰਤੱਖ ਗੁਰੂ ਨਾਨਕ ਜੀ ਦਾ ਰੂਪ ਦੇਖ ਕੇ ਬਹੁਤ ਪ੍ਰਸੰਨ ਹੋਇਆ। ਚਰਨਾਂ ਉੱਤੇ ਸੀਸ ਧਰਿਆ ਤਾਂ ਗੁਰੂ ਜੀ ਨੇ ਉਠਾ ਕੇ ਭਾਈ ਬਾਲੇ ਨੂੰ ਗਲ ਨਾਲ ਲਾ ਲਿਆ ਅਤੇ ਬੋਲੇ, ਜਿਸ ਪਿਆਰੇ ਸਿਓ ਨੇ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੇ ਜੀਵਨਾ। ਇਹ ਪਰਮ ਪ੍ਰੇਮ ਦਾ ਬਚਨ ਸੁਣ ਕੇ ਭਾਈ ਬਾਲੇ ਨੇ ਨੇਤਰ ਭਰ ਕੇ ਆਖਿਆ, ਤੁਸੀਂ ਧੰਨ ਹੋ ਜਿਨ੍ਹਾਂ ਨੇ ਗੁਰੂ ਨਾਨਕ ਜੀ ਨੂੰ ਪਰਮੇਸ਼ਰ ਸਮਝ ਕੇ ਸੇਵਿਆ, ਮੈਂ ਤਾਂ ਕੇਵਲ ਸਾਧੂ ਹੀ ਜਾਣਦਾ ਰਿਹਾ। ਸਵਾ ਪਹਿਰ ਰਾਤ ਰਹੀ ਤੋਂ ਉੱਠ ਕੇ ਸੋਚ ਦਾਤਨ ਇਸ਼ਨਾਨ ਠੰਡੇ ਜਲ 12 ਮਹੀਨੇ ਰੋਜ਼ ਕਰਕੇ ਇਕਾਂਤ ਬੈਠ ਅੰਤਰਮੁਖੀ ਬ੍ਰਿਤੀ ਆਤਮਾ ਦੇ ਧਿਆਨ ਵਿੱਚ ਜੋੜ ਕੇ 7 ਘੜੀ ਬ੍ਰਹਮਾਨੰਦ ਦਾ ਰਸ ਲੈਂਦੇ ਤੇ ਫਿਰ 2 ਘੜੀ ਦੇ ਤੜਕੇ ਦੀਵਾਨ ਵਿੱਚ, ਜਿੱਥੇ 5 ਘੜੀ ਦੇ ਤੜਕੇ ਤੋਂ ਰਾਗੀ ਰਬਾਬੀ ਆਸਾ ਦੀ ਵਾਰ ਪੜ੍ਹਦੇ, ਉੱਥੇ ਸਿੰਘਾਸਨ ਜਾਂ ਮੰਜੀ ਉੱਤੇ ਜਾ ਬੈਠਦੇ। ਦਿਨ ਚੜ੍ਹੇ ਵਾਰ ਦਾ ਭੋਗ ਪਏ ਪਿੱਛੋਂ ਆਪ ਕੋਈ ਨਾ ਕੋਈ ਸ਼ਬਦ ਉਚਾਰਨ ਕਰਕੇ ਸਤਿਗੁਰਾਂ ਵੱਲੋਂ ਉਪਦੇਸ਼ ਕਰਦੇ ਅਤੇ ਜੋ ਨਵੀਨ ਸਿੱਖ ਹੋਣ ਵਾਸਤੇ ਆਏ ਹੁੰਦੇ ਉਹਨਾਂ ਨੂੰ ਪੱਗ ਪਾਲ ਦੇ ਕੇ ਗੁਰੂ ਮੰਤਰ ਦਾ ਉਪਦੇਸ਼ ਕਰਦੇ। ਫਿਰ ਕੜਾਹ ਪ੍ਰਸ਼ਾਦ ਵਰਤਣ ਦੇ ਬਾਅਦ ਗੁਰੂ ਸਾਹਿਬ 1-2 ਘੜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਬਾਹਰ ਚਲੇ ਜਾਂਦੇ ਤੇ ਲੰਗਰ ਤਿਆਰ ਹੁੰਦੇ ਤੱਕ ਆ ਜਾਂਦੇ। ਫਿਰ ਪੰਗਤ ਲਗਾ ਕੇ ਸਭ ਨੂੰ ਸਭ ਚੀਜ਼ ਇੱਕੋ ਜਿਹੀ ਵਰਤਾਈ ਜਾਂਦੀ।
ਫਿਰ 2-4 ਘੜੀਆਂ ਆਰਾਮ ਕਰਦੇ, ਦਿਨ ਢਲੇ ਸੁਚੇਤ ਹੋ ਦੀਵਾਨ ਵਿੱਚ ਬੈਠ ਕੇ ਕਥਾ ਸੁਣਾਉਂਦੇ ਜਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਚਰਿੱਤਰਾਂ ਦਾ ਪ੍ਰਸੰਗ ਸੁਣਦੇ ਅਤੇ ਰਾਗੀਆਂ ਰਬਾਬੀਆਂ ਦੇ ਸ਼ਬਦ ਹੁੰਦੇ ਰਹਿੰਦੇ। ਰਹਿਰਾਸ ਦੀ ਅਰਦਾਸ ਤੋਂ ਪਿੱਛੋਂ ਗੁਰੂ ਜੀ ਨੇ 2 ਘੜੀ ਇਕਾਂਤ ਜਾ ਬੈਠਣਾ ਤੇ ਸਰਬ ਪ੍ਰਕਾਰ ਦੇ ਕਾਰ-ਬਾਰ ਦੇ ਝਗੜੇ ਨਿਬੇੜਨੇ ਤੇ ਵਿਹਾਰ ਦੀ ਸਿੱਧੀ ਵਾਸਤੇ ਤਜਵੀਜ਼ ਕਰਨੀ। ਇੰਨੇ ਨੂੰ ਫਿਰ ਲੰਗਰ ਤਿਆਰ ਹੋ ਜਾਣਾ ਤਾਂ ਪ੍ਰਸ਼ਾਦ ਸਭ ਨੂੰ ਸਮ ਵਰਤਾ ਕੇ ਫਿਰ ਗੁਰੂ ਜੀ ਨਾਨਕ ਜੀ ਦੇ ਜੀਵਨ ਚਰਿੱਤਰ ਤੇ ਸੁਜਸ ਸੁਣਨੇ। ਫਿਰ ਬਿਰਾਜ ਕੇ ਨਿੰਦਰਾ ਦਾ ਆਨੰਦ ਲੈਣਾ। ਇਹ ਆਚਰਨ ਤਾਂ ਸਾਰੇ ਗੁਰੂਆਂ ਦਾ ਰਿਹਾ ਤੇ ਇਸ ਤੋਂ ਵਿਲੱਖਣ ਜੋ ਕੰਮ ਕਿਸੇ ਗੁਰੂ ਸਾਹਿਬ ਨੇ ਕੀਤਾ ਉਹ ਉਹਨਾਂ ਦੇ ਪ੍ਰਸੰਗਾਂ ਵਿੱਚ ਲਿਖਿਆ ਜਾਵੇਗਾ। ਗੁਰੂ ਅੰਗਦ ਜੀ ਦੀ ਇਹ ਗੱਲ ਬਰਾਬਰ ਰਹੀ ਕਿ ਜਦੋਂ 2 ਘੜੀ ਦੇ ਤੜਕੇ ਸਮਾਧੀ ਤੋਂ ਉਥਾਨ ਹੋ ਕੇ ਸਭਾ ਬੰਨੀ ਆਉਣ ਤਾਂ ਉਸ ਸਮੇਂ ਪਹਿਲੇ ਹੀ ਜਿਸ ਬਿਮਾਰ ਉੱਤੇ ਦ੍ਰਿਸ਼ਟੀ ਪੈ ਜਾਂਦੀ ਉਹ ਨਿਰੋਗ ਹੋ ਜਾਂਦਾ। ਪਰਦਾ ਰੱਖਣ ਵਾਸਤੇ ਕੁਛ ਜੜੀ ਬੂਟੀ ਵੀ ਦੱਸ ਛੱਡਦੇ। ਲੰਗਰ ਵਰਤੇ ਤੋਂ ਫਿਰ ਤਪਿਆਣੇ ਤਲਾਓ ਪਰ ਕੋਠੇ ਵਿੱਚ ਰੋੜਾਂ ਦੇ ਬਿਸਤਰੇ ਪਰ ਜਾ ਬੈਠਦੇ। ਕਦੇ ਕਦੇ ਛੋਟੇ ਲੜਕਿਆਂ ਨਾਲ ਗੱਲਾਂ ਕਰਨੀਆਂ ਤੇ ਆਖਣਾ ਇਹ ਸਵਰਗ ਦੇ ਭਾਗੀ ਹਨ। ਰਾਤ ਨੂੰ ਪਿਛਲੇ ਪਹਿਰ ਭਾਈ ਬਾਲੇ ਤੋਂ ਗੁਰੂ ਨਾਨਕ ਜੀ ਦੀਆਂ ਕਥਾ ਸੁਣਨੀਆਂ ਤੇ ਉਹਨਾਂ ਪ੍ਰਸੰਗਾਂ ਦੇ ਅਨੁਸਾਰ ਕਦੇ ਹੱਸ ਪੈਣਾ, ਕਦੇ ਰੋ ਪੈਣਾ ਤੇ ਕਦੇ ਸਮਾਧੀ ਵਿੱਚ ਮਗਨ ਹੋ ਜਾਣਾ। ਗੁਰਮੁਖੀ ਅੱਖਰ ਜੋ ਇਹਨਾਂ ਨੇ ਸੰਮਤ 1598 ਨੂੰ ਬਣਾਏ ਸੀ ਉਹਨਾਂ ਬਾਬੇ ਜੀ ਦੇ ਸ਼ਬਦ ਲਿਖਵਾਉਂਦੇ ਰਹਿੰਦੇ ਤੇ ਭਾਈ ਬਾਲੇ ਦੀ ਸੁਣਾਈ ਹੋਈ ਕਥਾ ਭਾਈ ਪੈੜੇ ਮੋਖੇ ਖੱਤਰੀ ਤੋਂ ਲਿਖਵਾਈ ਤੇ ਸੰਮਤ 1692 ਬਿਕਰਮੀ ਨੂੰ ਜਿਲਦ ਕਰਾਈ। ਤਖਤਮਲ ਚੌਧਰੀ ਖੰਡੂਰ ਜਾ ਖਹਿਰਾ ਜੱਟ ਗੁਰੂ ਘਰ ਦੀ ਸੇਵਾ ਬਹੁਤ ਕਰੇ। ਜਿਤਨੇ ਬੇਦ ਸੀ ਗੁਰੂ ਸਾਹਿਬ ਪਾਸ ਆਮਦੇ ਸਭ ਦੀ ਹਰ ਪ੍ਰਕਾਰ ਦੀ ਖਾਤਰ ਉਹ ਹੀ ਕਰਦਾ ਸੀ। ਭੈਂਸਾਂ ਗਊਆਂ ਦਾ ਦੁੱਧ ਵੀ ਉਹੀ ਪਹੁੰਚਾਉਂਦਾ ਸੀ ਜਿਸ ਦੀ ਰੀਸੋ ਰੀਜ਼ ਹੋਰ ਜੱਟ ਵੀ ਬਹੁਤ ਦੁੱਧ ਦੇ ਜਾਇਆ ਕਰਨ। ਇਸੇ ਕਰਕੇ ਗੁਰੂ ਜੀ ਦੇ ਲੰਗਰ ਵਿੱਚ ਹਰ ਰੋਜ਼ ਖੀਰ ਦਾ ਬਣਨਾ ਤੇ ਵੰਡਣਾ ਲਿਖਿਆ ਹੈ। ਇਸੇ ਸਮੇਂ ਹਿਮਾਊ ਬਾਦਸ਼ਾਹ ਤੇ ਸ਼ੇਰਸ਼ਾਹ ਜੌਨਪੁਰੇ ਵਾਲੇ ਸੂਬੇ ਦੀ ਆਪਸ ਵਿੱਚ ਵਿਗੜ ਗਈ ਤੇ ਫੱਗਣ 1597 ਬਿਕਰਮੀ ਨੂੰ ਜੰਗ ਵਿੱਚ ਹਾਰ ਖਾ ਕੇ ਹਿਮਾਯੂ ਲਾਹੌਰ ਨੂੰ ਆਇਆ। ਇੱਥੇ ਉਸ ਦਾ ਚਚੇਰਾ ਭਾਈ ਮਿਰਜ਼ਾ ਜਾਫਰ ਬੇਗ ਸੂਬਾ ਸੀ ਪਰ ਉਹ ਵੀ ਸ਼ੇਰਸ਼ਾਹ ਦਾ ਹਾਮੀ ਬਣ ਬੈਠਾ। ਜਦ ਹਿਮਾਊ ਨੇ ਵੈਰੋਵਾਲ ਦਾ ਪਤਨ ਬਿਆਸਾ ਲੰਘ ਕੇ ਮਾਲੂਮ ਕੀਤਾ ਕਿ ਜਾਫਰ ਤਾਂ ਕਾਫਰ ਹੋ ਗਿਆ ਹੈ ਤਾਂ ਆਪਣੇ ਮਾਮੇ ਮਿਰਜ਼ੇ ਕਾਸਮ ਨੂੰ ਪੁੱਛਿਆ ਕੋਈ ਪੀਰ ਫਕੀਰ ਜਾਂ ਅਮੀਰ ਇਸ ਦੇਸ਼ ਵਿੱਚ ਸਹਾਰਾ ਦੇਣ ਜੋਗਾ ਹੈ। ਉਸਨੇ ਆਖਿਆ ਕਿ ਤੁਹਾਨੂੰ ਯਾਦ ਹੋਵੇਗਾ ਕਿ ਨਾਨਕ ਸ਼ਾਹ ਵਲੀ ਅੱਲਾ ਫਕੀਰ ਨੇ ਤੁਹਾਡੇ ਵੱਡੇ ਬਾਬਰ ਸ਼ਾਹ ਨੂੰ ਕਾਬਲ ਵਿੱਚ ਹਿੰਦ ਫਤਿਹ ਕਰਨ ਦਾ ਵਰ ਦਿੱਤਾ ਸੀ ਤੇ ਫਿਰ ਅਵਾਨ ਪਿੰਡ ਰਾਵੀ ਕਿਨਾਰੇ 7 ਮੁੱਠੀਆਂ ਭੰਗ ਦੀਆਂ ਲੈ ਕੇ ਬਚਨ ਕੀਤਾ ਸੀ ਕਿ ਤੇਰੀ ਔਲਾਦ 7 ਪੁਸ਼ਤ ਰਾਜ ਕਰੇਗੀ। ਸੋ ਹੁਣ ਉਹਨਾਂ ਦੇ ਗੱਦੀ ਨਸ਼ੀਨ ਗੁਰੂ ਜੀ ਨੂੰ ਮਿਲਣਾ ਤੇ ਪੁੱਛਣਾ ਚਾਹੀਏ ਕਿ ਇਹ ਵਰ ਝੂਠਾ ਕਿਉਂ ਹੋਇਆ। ਜੇਕਰ ਉਹ ਕੁਝ ਸਹਾਰਾ ਕਰਨ ਤਾਂ ਕਰ ਸਕਦੇ ਹਨ, ਹੋਰ ਕੋਈ ਇੱਥੇ ਸਾਨੂੰ ਰੱਖਣ ਵਾਲਾ ਨਹੀਂ। ਗਰਜਮੰਦ ਦੀਵਾਨਾ ਜਦ ਆਦਮੀ ਨੂੰ ਵਕਤ ਪੈਂਦਾ ਹੈ ਤਾਂ ਪੀਰ ਫਕੀਰਾਂ ਅੱਗੇ ਨੱਕ ਰਗੜਦਾ ਹੈ। ਲੋਕਾਂ ਤੋਂ ਪੁੱਛ ਕੇ ਗੁਰੂ ਅੰਗਦ ਜੀ ਪਾਸ ਜਾ ਖੰਡੂਰ ਆਇਆ ਤਾਂ ਗੁਰੂ ਜੀ ਦੀ ਸਮਾਧੀ ਲੱਗੀ ਹੋਈ ਸੀ। ਹਿਮਾਯੂ ਨੂੰ ਆਓ ਬੈਠ ਦੀ ਆਗਤ ਭਾਗਤ ਕੁਛ ਪ੍ਰਾਪਤ ਨਾ ਹੋਈ ਜਾਂ ਕਿਤਨੀ ਦੇਰ ਖੜਾ ਰਿਹਾ ਤਾਂ ਕ੍ਰੋਧਵਾਨ ਹੋ ਕੇ ਤਲਵਾਰ ਮਾਰਨੀ ਚਾਹੀ, ਪਰ ਜਾਂ ਮਿਆਨੋਂ ਖੰਡਾ ਖਿੱਚਣਾ ਚਾਹਿਆ ਤਾਂ ਹੱਥ ਉੱਥੇ ਹੀ ਰਿਹਾ। ਤਦ ਨੂੰ ਗੁਰੂ ਜੀ ਦੀ ਸਮਾਧ ਖੁੱਲੀ ਤਾਂ ਆਖਿਆ ਜਿੱਥੇ ਖੰਡਾ ਵਾਹੁਣਾ ਸੀ ਉਸ ਥਾਂ ਤੇ ਵਾਹਿਆ ਨਾ ਗਿਆ, ਉੱਥੋਂ ਤਾਂ ਤੂੰ ਕਾਇਰ ਬਣ ਕੇ ਨੱਠ ਆਇਓ ਤੇ ਪੀਰਾਂ ਫਕੀਰਾਂ ਉੱਤੇ ਤਲਵਾਰ ਖਿੱਚਦਾ ਹੈ। ਇਹ ਸੁਣ ਕੇ ਬਾਦਸ਼ਾਹ ਸ਼ਰਮਿੰਦਾ ਹੋਇਆ ਤੇ ਚਰਨੀ ਡਿੱਗ ਕੇ ਆਖਿਆ ਬਖਸ਼ੋ ਤੇ ਫਜ਼ਲ ਕਰੋ। ਗੁਰੂ ਜੀ ਬੋਲੇ ਖੰਡਾ ਖਿੱਚਣ ਦੀ ਨੀਤ ਨਾ ਕਰ ਦੋ ਤਾਂ ਹੁਣੇ ਬਾਦਸ਼ਾਹੀ ਮਿਲ ਜਾਂਦੀ, ਪਰ ਹੁਣ 12-13 ਬਰਸਾਂ ਤੋਂ ਬਾਅਦ ਫਿਰ ਤੂੰ ਦਿੱਲੀ ਦਾ ਬਾਦਸ਼ਾਹ ਬਣੇਗਾ ਤੇ 7 ਪੀੜ੍ਹੀਆਂ ਰਾਜ ਹੋਵੇਗਾ।
ਗੁਰੂ ਨਾਨਕ ਜੀ ਮਹਾਰਾਜ ਦਾ ਬਚਨ ਕਦੇ ਅਨਥਾ ਨਹੀਂ ਹੋਵੇਗਾ। ਹਿਮਾਯੂ ਇਹ ਸੁਣ ਖੁਸ਼ੀ ਤੇ ਦਿਲਗਿਰੀ ਲੈ ਕੇ ਸਿੰਧ ਦੇ ਰਾਹ ਪੈ ਗਿਆ। ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਤੇ ਇਸ ਆਡੀਓ ਨੂੰ ਅੱਗੇ ਵੀ ਸ਼ੇਅਰ ਕਰਨਾ। ਬਹੁਤ ਬਹੁਤ ਧੰਨਵਾਦ।